ਸਤਿ ਸ੍ਰੀ ਅਕਾਲ। ਮੈਂ ਹਾਂ ਜਤਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿਆਸਤ ਦੇ ਰੰਗ। ਸਿਆਸਤ ਦੇ ਰੰਗ ਦੇ ਵਿੱਚ ਅੱਜ ਚਰਚਾ ਕਰਾਂਗੇ ਕਿਉਂਕਿ ਸਿਆਸਤ ਦਾ ਅਖਾੜਾ ਭਖਿਆ ਹੋਇਆ ਹੈ। 20 ਫਰਵਰੀ ਨੂੰ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਹੋਰਨਾਂ ਸੂਬਿਆਂ ਦੇ ਵਿੱਚ ਵੀ ਨਾਲ ਚੋਣਾਂ ਹੋਣੀਆਂ ਨੇ ਔਰ 10 ਮਾਰਚ ਨੂੰ ਜਿਹੜੇ ਆ ਉਹ ਨਤੀਜੇ ਆ ਜਾਣਗੇ। ਕਿਸ ਨੂੰ ਕਿੰਨੀਆਂ ਵੋਟਾਂ ਪਈਆਂ, ਕਿਸ ਦੀ ਕਿਸਮਤ ਜਾਗੀ, ਕਿਸ ਦੇ ਸਿਰ ਦੇ ਉੱਤੇ ਤਾਜ ਸਜਿਆ, ਇਹ ਸਭ ਕੁਝ ਜਿਹੜਾ ਉਹ ਨਿਕਲ ਕੇ ਸਾਹਮਣੇ ਆਊਗਾ। ਕਿਹੜੀ ਪਾਰਟੀ ਸੱਤਾ ਧਿਰ ਦੇ ਵਿੱਚ ਬੈਠਦੀ ਹੈ ਤੇ ਕਿਹੜੀ ਵਿਰੋਧੀ ਧਿਰ ਦੇ ਵਿੱਚ, ਇਹ ਵੀ ਵੇਖਣ ਨੂੰ ਮਿਲੂਗਾ। ਔਰ ਨਾਲ ਦੀ ਨਾਲ ਜਿਹੜੀ ਆਪਾਂ ਇਹ ਕਹਿ ਸਕਦੇ ਹਾਂ ਕਿ ਪਤਾ ਲੱਗ ਜੂਗਾ ਕਿ ਕਿਹੜੀ ਪਾਰਟੀ ਨੇ ਲੋਕਾਂ ਨੂੰ ਲੁਭਾਉਣ ਦੇ ਵਿੱਚ ਜਿਹੜੀ ਆ ਉਹ ਆਪਣੀ ਕੋਸ਼ਿਸ਼ ਕੀਤੀ ਸੀ ਉਹ ਕਾਮਯਾਬ ਹੋਈ ਹੈ। ਹਰ ਕੋਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ। ਸਿਆਸਤਦਾਨ, ਸਿਆਸੀ ਪਾਰਟੀਆਂ ਲਗਾਤਾਰ ਕੋਸ਼ਿਸ਼ ਕਰ ਰਹੀਆਂ ਨੇ ਕਿ ਅਸੀਂ ਲੋਕਾਂ ਨੂੰ ਇਸ ਤਰ੍ਹਾਂ ਦੇ ਵਾਅਦੇ ਜਿਹੜੇ ਆ ਉਹ ਦਿਖਾਈਏ ਕਿ ਲੋਕ ਸਾਨੂੰ ਵੋਟਾਂ ਪਾਉਣ। ਬਹੁਤ ਸਾਰੀਆਂ ਪਾਰਟੀਆਂ ਨੇ, ਉਹਨਾਂ ਦੇ ਵਿੱਚ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵੱਲੋਂ ਇਸ ਵਾਰ ਇੱਕ ਵੱਖਰਾ ਗਠਬੰਧਨ ਕੀਤਾ ਗਿਆ। ਉਹ ਪੰਜਾਬ ਲੋਕ ਕਾਂਗਰਸ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਹੈ ਤੇ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ। ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਮੋਰਚਾ ਨਿਕਲ ਕੇ ਸਾਹਮਣੇ ਆਇਆ, ਇੱਕ ਹੋਰ ਫਰੰਟ ਜਿਹੜਾ ਸਾਹਮਣੇ ਆਇਆ ਉਹ ਹੈ ਸੰਯੁਕਤ ਸਮਾਜ ਮੋਰਚਾ ਤੇ ਨਾਲ ਦੀ ਨਾਲ ਗੁਰਨਾਮ ਸਿੰਘ ਚੜੂਨੀ ਜੋ ਕਿ ਹਰਿਆਣਾ ਦੇ ਕਿਸਾਨ ਆਗੂ ਹੈ, ਉਹਨਾਂ ਦੀ ਜਥੇਬੰਦੀ ਦਾ। ਉਹ ਕੀ ਇਸ ਵਕਤ ਕਰ ਰਹੇ ਨੇ, ਉਹਨਾਂ ਦੇ ਵੱਲੋਂ ਲੋਕਾਂ ਨੂੰ ਕੀ ਚੀਜ਼ਾਂ, ਕੀ ਵਾਅਦੇ ਕੀਤੇ ਜਾਂਦੇ ਆ, ਲੋਕ ਕੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਜਿਹੜਾ ਆਉਣਗੇ, ਲੋਕ ਉਹਨਾਂ ਦੇ ਉੱਤੇ ਭਰੋਸਾ ਜਤਾਉਣਗੇ, ਇਹ ਵੀ ਵੇਖਣ ਵਾਲੀ ਗੱਲ ਹੋਊਗੀ। ਇਹ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਉਮੀਦਵਾਰ ਐਲਾਨ ਰਹੀਆਂ ਨੇ। ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਹਾਲੇ ਤੱਕ ਆਪਣੇ ਉਮੀਦਵਾਰ ਸਾਰੀਆਂ ਸੀਟਾਂ 'ਤੇ ਨਹੀਂ ਐਲਾਨ ਸਕੀਆਂ, ਪਰ ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਹਨੇ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਅੱਜ ਪੰਜਾਬ ਲੋਕ ਕਾਂਗਰਸ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੇ ਵੀ ਇੱਕ ਲਿਸਟ ਜਾਰੀ ਕੀਤੀ ਹੈ ਔਰ ਉਹਦੇ ਵਿੱਚ ਕਿਹੜੇ-ਕਿਹੜੇ ਉਮੀਦਵਾਰ ਨੇ, ਕੀ ਕੁਝ ਉਸ ਦੇ ਨਾਲ ਸਿਆਸੀ ਸਮੀਕਰਨ ਜਿਹੜੇ ਬਦਲਣਗੇ ਔਰ ਕੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਜਾਂ ਭਾਜਪਾ ਜਿਹੜੀ ਉਹਨਾਂ ਦੇ ਨਾਲ ਗਠਬੰਧਨ ਦੇ ਵਿੱਚ ਹੈ ਤਾਂ ਉਹ ਅੱਗੇ ਨਿਕਲ ਕੇ ਸਾਹਮਣੇ ਆ ਸਕਣਗੇ, ਪੰਜਾਬ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰ ਸਕਣਗੇ। ਸਾਰੇ ਮੁੱਦਿਆਂ ਦੇ ਉੱਤੇ, ਸਾਰੀਆਂ ਪਾਰਟੀਆਂ ਦੇ ਉੱਤੇ ਕੀ ਜਿਹੜੇ ਹੁਣ ਤੱਕ ਦੇ ਹਾਲਾਤ ਹੈ ਉਹਦੇ 'ਤੇ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਇਹ ਵੀ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ, ਇਸ ਚਰਚਾ ਦੇ ਵਿੱਚ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਦੱਸਣ ਦੀ ਕਿ ਅੱਜ ਦੇ ਹਾਲਾਤ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਕਿਹੋ ਜਿਹੇ ਆ। ਗੱਲਬਾਤ ਕਰਨ ਦੇ ਲਈ ਸਾਡੇ ਨਾਲ babushaahi.com ਦੇ ਐਡੀਟਰ ਬਲਜੀਤ ਸਿੰਘ ਬੱਲੀ ਹੋਣਗੇ ਔਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਇੱਕ ਮੁੱਦੇ ਦੇ ਉੱਤੇ ਜਿਹੜੀ ਆ ਚਰਚਾ ਸ਼ੁਰੂ ਕਰਾਂਗੇ। ਬੱਲੀ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਾਡੇ ਚੈਨਲ ਦੇ ਉੱਤੇ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਤੁਹਾਡੇ ਸਾਂਝਾ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਸ਼ੁਭ ਸ਼ਾਮਾਂ ਜੀ। ਬੱਲੀ ਜੀ, ਆਪਾਂ ਸਿਆਸਤ ਦੀ ਗੱਲ ਕਰਨੀ ਹੈ ਕਿਉਂਕਿ ਬਹੁਤ ਘੱਟ ਦਿਨ ਰਹਿ ਗਏ ਆ। ਸਾਰੀਆਂ ਪਾਰਟੀਆਂ ਹੁਣ ਅੱਡੀ ਚੋਟੀ ਦਾ ਜ਼ੋਰ ਲਗਾਉਣ ਲੱਗ ਪਈਆਂ। ਕਿੱਥੇ ਕੁ ਆਪਾਂ ਇਹ ਸਮਝੀਏ ਕਿ ਉਹਨਾਂ ਦੀ ਜਿਹੜੀ ਪਾਰਟੀ ਆ ਉਹ ਦਮਖਮ ਆਪਣਾ ਭਰਦੀ ਨਜ਼ਰ ਆ ਰਹੀ ਹੈ, ਕਿਹੜੀ ਪਾਰਟੀ ਕਿੱਥੇ ਕੁ ਖੜੀ ਹੈ ਔਰ ਲੋਕ ਜਿਹੜੇ ਨੇ ਉਹ ਹੁਣ ਕਿਹਨਾਂ ਦੇ ਉੱਤੇ ਆਸ ਲਾ ਕੇ ਬੈਠੇ ਆ, ਇਹਨਾਂ ਸਾਰੀਆਂ ਗੱਲਾਂ 'ਤੇ ਆਪਾਂ ਚਰਚਾ ਕਰਨੀ ਹੈ। ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰ ਲਈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵੱਲੋਂ ਅੱਜ ਪਹਿਲੀ ਲਿਸਟ ਜਿਹੜੀ ਜਾਰੀ ਕਰ ਦਿੱਤੀ ਗਈ ਹੈ। ਉਹ ਲਿਸਟ ਕੀ ਲੱਗਦਾ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ ਤੋਂ ਵੱਖ ਹੋਏ ਸੀਗੇ ਤਾਂ ਉਹਨਾਂ ਨੇ ਇਹ ਆਖਿਆ ਸੀਗਾ ਕਿ ਮੈਂ ਚੁਣੌਤੀ ਦਿਆਂਗਾ ਕਾਂਗਰਸ ਨੂੰ, ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦਿਆਂਗਾ ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਲੀਡਰ ਨੇ, ਬਹੁਤ ਸਾਰੇ ਇਸ ਤਰ੍ਹਾਂ ਦੇ ਮੰਤਰੀ ਨੇ ਜਾਂ ਵਿਧਾਇਕ ਨੇ ਜਿਹੜੇ ਕਾਂਗਰਸ ਦੇ ਮੇਰੇ ਸੰਪਰਕ ਵਿੱਚ ਵੀ ਹੈਗੇ ਹੈ। ਪਰ ਜਿਹੜੀ ਲਿਸਟ ਜਾਰੀ ਹੋਈ ਹੈ ਕਿ ਉਹਨਾਂ ਦੇ ਵਿੱਚ ਕਾਂਗਰਸ ਦੇ ਕਿਸੇ ਮੌਜੂਦਾ ਵਿਧਾਇਕ ਜਾਂ ਮੰਤਰੀ ਦੀ ਸ਼ਮੂਲੀਅਤ ਹੋਈ ਹੈ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਹੋਰ ਹੀ ਚਿਹਰੇ ਲੱਭਣੇ ਪਏ ਆ। ਜਿਹੜਾ ਦਾਅਵਾ ਕੀਤਾ ਸੀ ਇਹਨਾਂ ਦਾ ਉਹ ਦਾਅਵਾ ਸਹੀ ਨਹੀਂ ਸੀ। ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ 37 ਸੀਟਾਂ ਮਿਲੀਆਂ ਹੈ। ਕੈਪਟਨ ਅਮਰਿੰਦਰ ਸਿੰਘ ਦੀ ਲੋਕ ਕਾਂਗਰਸ ਨੂੰ ਬੀਜੇਪੀ ਦੇ ਨਾਲ ਜਿਹੜਾ ਅਲਾਇੰਸ ਕੀਤਾ ਉਹਦੇ ਚੋਂ ਜੀ ਤੇ 22 ਸੀਟਾਂ ਦਾ ਉਹਨਾਂ ਨੇ ਅੱਜ ਟਿਕਟਾਂ ਐਲਾਨ ਕੀਤੀਆਂ। ਉਹਦੇ ਚ ਮੋਸਟਲੀ ਜਿਹੜੇ ਆ ਬਹੁਤੇ ਨਵੇਂ ਨੇ, ਨਵੇਂ ਚਿਹਰੇ ਨੇ, ਇੱਕ ਦੋ ਨੂੰ ਛੱਡ ਕੇ। ਇੱਕ ਤਾਂ 3 ਗੱਲਾਂ ਜਿਹੜੀਆਂ ਮਤਲਬ ਅਹਿਮ ਹੈਗੀਆਂ ਨੇ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਦੀ ਲਿਸਟ ਤੇ ਜਾਂ ਉਹਨਾਂ ਦੀ ਪ੍ਰੈਸ ਕਾਨਫਰੰਸ ਸੀਗੀ ਜੀ। ਇੱਕ ਤਾਂ ਉਹਨਾਂ ਨੇ ਆਪਣੀ ਸੀਟ ਅਨਾਉਂਸ ਕੀਤੀ ਹੈ ਜਿਹੜੀ ਪਟਿਆਲਾ ਸ਼ਹਿਰ। ਬਿਲਕੁਲ, ਪਿਛਲੇ ਦਿਨਾਂ ਤੋਂ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਸ਼ਾਇਦ ਉਹ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਅੰਮ੍ਰਿਤਸਰ ਜਿਹੜੀ ਉਹਨਾਂ ਦੀ ਸੀਟ ਹੈ
ਉੱਥੇ ਉਹਦੇ ਖਿਲਾਫ ਲੜਨਗੇ। ਤੇ ਇਹ ਵੀ ਅੰਦਰ ਚਰਚਾ ਚੱਲ ਰਹੀ ਸੀ, ਬੀਜੇਪੀ ਉਹਨਾਂ ਨੂੰ ਕਹਿ ਰਹੀ ਹੈ ਜਾਂ ਦਬਾਅ ਪਾ ਰਹੀ ਹੈ ਉੱਥੇ ਤੁਸੀਂ ਚੋਣ ਲੜੋ ਜੀ। ਤੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਸੀ ਵੀ ਮੈਂ ਨਵਜੋਤ ਸਿੰਘ ਸਿੱਧੂ ਨੂੰ ਜਿੱਤਣ ਨਹੀਂ ਦੇਣਾ। ਇਹ ਵੀ ਪਬਲਿਕਲੀ ਕੀਤਾ ਸੀ ਉਹਨੇ। ਸੋ ਇਸ ਕਰਕੇ ਸੰਭਾਵਨਾ ਇਹ ਲਾਈ ਜਾ ਰਹੀ ਸੀ ਕਿ ਉੱਥੇ ਵੀ ਚੋਣ ਲੜ ਸਕਦੇ ਜਾਂ ਉਹਨਾਂ ਦੀ ਚਰਚਾ ਸੀ। ਇੱਕ ਤਾਂ ਉਹਨਾਂ ਨੇ ਸਪਸ਼ਟ ਇਹ ਕਰਤਾ ਅੱਜ ਆਪਣੀ ਲਿਸਟ ਕਿ ਮੈਂ ਪਟਿਆਲਾ ਸ਼ਹਿਰ ਤੋਂ ਲੜੂੰਗਾ ਤੇ ਉੱਥੋਂ ਨਹੀਂ ਲੜਾਂਗਾ ਅੰਮ੍ਰਿਤਸਰ ਤੋਂ ਜੀ। ਤੇ ਇਹ ਵੈਸੇ ਗੱਲ ਫੇਰ ਦੁਹਰਾਈ ਉਹਨਾਂ ਨੇ ਕਿ ਹਾਂ ਮੈਂ ਤਾਂ ਕਿਹਾ ਸੀ ਸਿੱਧੂ ਨੂੰ ਜਿੱਤਣ ਨਹੀਂ ਦੇਣਾ ਤੇ ਉਹ ਮੈਂ ਅੱਜ ਵੀ ਖੜਾ ਵੀ ਜਿੱਤਣ ਨਹੀਂ ਦਿਆਂਗੇ। ਕਿਵੇਂ ਕਰਨਗੇ ਜਾਂ ਕਿਹਨੂੰ ਉੱਥੇ ਖੜਾ ਕਰਨਗੇ ਇਹ ਅਜੇ ਦੇਖਣਾ। ਤੇ ਸੋ ਪਟਿਆਲਾ ਸ਼ਹਿਰ ਦੇ ਵਿੱਚ ਉਹੀ ਉੱਥੋਂ ਹੀ ਲੜਨਗੇ ਜਿੱਥੋਂ ਕਿ ਪਹਿਲਾਂ ਕਾਂਗਰਸ ਦੀ ਸੀਟ ਤੇ ਲੜਦੇ ਸੀ। ਹੁਣ ਉੱਥੇ ਕਾਂਗਰਸ ਦਾ ਕੈਂਡੀਡੇਟ ਵਿਸ਼ਨੂੰ ਸ਼ਰਮਾ ਹੈ ਜਿਹੜਾ ਪਹਿਲਾਂ ਇਹਨਾਂ ਦੇ ਨਾਲ ਸੀ, ਫਿਰ ਅਕਾਲੀ ਦਲ ਚਲੇ ਗਿਆ ਸੀ। ਆਪ ਦਾ ਜਿਹੜਾ ਕੈਂਡੀਡੇਟ ਹੈ ਉਹ ਵੀ ਸਾਬਕਾ ਮੇਅਰ ਹੈ, ਉਹ ਵੀ ਤੇ ਦੂਸਰੇ ਕੈਂਡੀਡੇਟ ਹੈਗੇ ਨੇ। ਮਤਲਬ ਹੁਣ ਉਹ ਕਾਂਗਰਸ ਦਾ ਕੈਂਡੀਡੇਟ ਦੇ ਮੁਕਾਬਲੇ ਉੱਥੇ ਲੜਨਗੇ ਉਹ ਪਟਿਆਲੇ ਸ਼ਹਿਰ 'ਚ। ਸੋ ਇੱਕ ਤਾਂ ਉਹਦੀ ਇਹ ਆਸਪੈਕਟ ਜਿਹੜਾ ਉਹਨਾਂ ਦੀ ਅੱਜ ਦੀ ਜਿਹੜੀ ਅਨਾਊਂਸਮੈਂਟ ਹੈ ਉਹਦਾ ਅਹਿਮ ਹੈ। ਉਹ ਜੇ ਦੋ ਮੈਨੂੰ ਜਿੱਥੋਂ ਤੱਕ ਮੈਂ ਦੇਖਿਆ ਕਿ ਦੋ ਉਹਦੇ 'ਚ ਮਤਲਬ ਪਹਿਲਾਂ ਵਾਲੇ ਪੁਰਾਣੇ ਪੋਲੀਟੀਸ਼ੀਅਨ ਹੈਗੇ ਨੇ ਜਿਹੜੇ MLA ਰਹੇ ਨੇ ਜਾਂ MLA ਜਾਂ ਕਿਸੇ ਉਸ ਅਹੁਦੇ ਤੇ। ਇੱਕ ਤਾਂ ਹਰਜਿੰਦਰ ਠੇਕੇਦਾਰ ਹੈਗੇ ਨੇ ਜਿਹੜੇ ਸਾਬਕਾ MLA ਨੇ ਤੇ ਉਹ ਇਸ ਵੇਲੇ ਜਿਹੜੀ ਪਿਛਲੀ ਸਰਕਾਰ ਸੀ ਕੈਪਟਨ ਉਹਦੇ 'ਚ ਚੇਅਰਮੈਨ ਸੀਗੇ ਬੈਕਫਿੰਕ ਦੇ। ਤੇ ਉਹ ਅੰਮ੍ਰਿਤਸਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ, ਅੰਮ੍ਰਿਤਸਰ ਸਾਊਥ ਤੋਂ, ਜਿਵੇਂ ਕਿ ਬੁਲਾਰੀਆ ਵਾਲੀ ਸੀਟ ਹੈਗੀ ਇਹ। ਤੇ ਦੂਸਰੇ ਜਿਹੜੇ ਹੈਗੇ ਮਲੇਰਕੋਟਲੇ ਤੋਂ, ਉਹ ਨੋਟੇਬਲ ਹੈ ਕਿ ਜਿਹੜੀ ਸਵਰਗੀ ਇਜ਼ਾਰ ਆਲਮ ਜਿਹੜੇ DGP ਹੈਗੇ ਸੀਗੇ ਉਹਨਾਂ ਦੀ ਪਤਨੀ ਜਿਹੜੀ ਫਰਜ਼ਾਨਾ ਆਲਮ ਨੂੰ ਟਿਕਟ ਦਿੱਤੀ ਗਈ ਹੈ। ਉਹ ਪਹਿਲਾਂ ਅਕਾਲੀ ਦਲ ਸੀਗੇ ਜੀ ਤੇ ਹੁਣ ਉਹ ਇਹ 'ਚ ਆਏ ਨਹੀਂ, ਉਹ ਪਹਿਲਾਂ ਵੀ ਇਲੈਕਸ਼ਨ ਲੜੇ ਸੀਗੇ। ਸੋ ਦੋ ਤਾਂ ਇਹ, ਬਾਕੀ ਤਾਂ ਬਹੁਤੇ ਜਿਹੜੇ ਚਿਹਰੇ ਨਵੇਂ ਨੇ ਜਿਹੜੇ ਇਲੈਕਸ਼ਨ ਹੋ ਸਕਦਾ ਲੜੇ ਹੁਣ, ਪਰ ਇਹ ਨਹੀਂ ਕਿ ਕਾਂਗਰਸ ਦੇ ਉਹ ਇਸ ਵੇਲੇ MLA ਸੀ ਜਾਂ ਪ੍ਰੈਜ਼ੈਂਟ MLA ਸੀ ਜਾਂ ਮਿਨਿਸਟਰ ਸੀ, ਕੋਈ ਉਹਨਾਂ 'ਚ ਕੋਈ ਨਹੀਂ ਆਇਆ ਜਿਵੇਂ ਕਿ ਪਹਿਲਾਂ ਤੁਸੀਂ ਕਿਹਾ ਕਿ ਉਮੀਦ ਕੀਤੀ ਜਾ ਰਹੀ ਸੀ ਜੀ। ਸੋ 22 ਜਿਹੜੇ ਅੱਜ ਕੀਤੀ ਹੈ ਲਿਸਟ ਨਾ, ਇਹ ਤਾਂ ਲਗਭਗ ਬਹੁਤੇ ਨਵੇਂ ਨੇ, ਨਵੇਂ ਚਿਹਰੇ ਨੇ। ਉਹ ਟ੍ਰੈਡੀਸ਼ਨਲ ਜਿਹੜੇ ਵਿਧਾਇਕ ਜਾਂ ਸਾਬਕਾ ਵਿਧਾਇਕ ਜਾਂ ਆਪਣੇ ਮਿਨਿਸਟਰਾਂ 'ਚੋਂ ਕੋਈ ਨਹੀਂ ਹੈਗਾ। ਈਵਨ ਜਿਹੜੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਕਾਂਗਰਸ ਦੇ ਵਿੱਚ 4 MLA ਉਹਨਾਂ ਨੇ ਹੁਣ ਤੱਕ ਜਿਹੜੇ ਛੱਡੇ ਨੇ, ਉਹਨਾਂ 'ਚੋਂ ਵੀ ਕੋਈ ਨਹੀਂ ਹੈਗਾ ਇਹਨਾਂ ਦੇ ਵਿੱਚ। ਸੋ ਇੱਕ ਤਾਂ ਇਹ ਹੈਗਾ ਇਸ ਲਿਸਟ ਦਾ। ਇਹ 'ਚ 17 ਮਾਲਵੇ ਦੇ ਨੇ ਤੇ 2 ਹੈਗੇ ਮਾਝੇ ਦੇ, 3 ਦੁਆਬੇ ਦੇ। ਮਤਲਬ ਇਸ ਤਰ੍ਹਾਂ ਦੀ ਇਹਨਾਂ ਦੀ ਹੈਗੀ। ਤੇ ਹੁਣ ਬਾਕੀ ਦੀ ਲਿਸਟ ਜਿਹੜੀ ਹੈ ਉਹ ਦੇਖਦੇ ਆ। ਸੋ ਇਸ ਲਿਸਟ ਦੇ ਵਿੱਚ ਜਿਹੜੇ ਇਹੋ ਜਿਹੇ ਰਲਵੇਂ ਮਿਲੇ ਉਹਨਾਂ ਦਾ ਦਾਅਵਾ ਹੈ ਕਿ ਸਾਰੇ ਸੈਕਸ਼ਨਸ ਨੂੰ, ਸਭ ਨੂੰ ਜਿਹੜੀ ਹੈ ਉਹ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਹੈ, ਹਰ ਵਰਗ ਦੇ ਜਨਰਲ ਸੰਬੰਧ ਹੈ, ਜਿਵੇਂ BC SC ਤੇ ਦੂਸਰੇ, ਉਹ ਇਸ ਤਰ੍ਹਾਂ ਦਾ ਕਲੇਮ ਕੀਤਾ ਗਿਆ ਜੀ। ਜੀ ਜੇਕਰ ਆਪਾਂ ਦੇਖੀਏ ਤਾਂ ਜਿਸ ਤਰ੍ਹਾਂ ਪਹਿਲਾਂ ਦਾਅਵਾ ਕੀਤਾ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿ ਜਦੋਂ ਚੋਣ ਜਾਬਤਾ ਲੱਗ ਜਾਣਾ ਉਸ ਸਮੇਂ ਬਹੁਤ ਸਾਰੇ ਇਸ ਤਰ੍ਹਾਂ ਦੇ ਚਿਹਰੇ ਹੋਣਗੇ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਤਾਕਤਾਂ ਜਿਹੜੀਆਂ ਕਾਂਗਰਸ ਦੇ ਵਿੱਚ ਪਹਿਲਾਂ ਨੇ ਉਹ ਮੇਰੇ ਨਾਲ ਆ ਕੇ ਰਲ ਜਾਣਗੀਆਂ, ਮੇਰਾ ਸਾਥ ਦੇਣਗੀਆਂ। ਪਰ ਜਦੋਂ ਤੋਂ ਚੋਣ ਜਾਬਤਾ ਲੱਗਿਆ ਬਹੁਤ ਦਿਨ ਬੀਤ ਚੁੱਕੇ ਹੈ, ਉਸ ਤੋਂ ਬਾਅਦ ਹੁਣ ਉਹਨਾਂ ਨੇ ਆਪਣੀ ਪਹਿਲੀ ਲਿਸਟ ਵੀ ਜਾਰੀ ਕਰ ਦਿੱਤੀ, ਜਿਸ ਦਾ ਜ਼ਿਕਰ ਤੁਸੀਂ ਹੁਣੇ ਕੀਤਾ ਕਿ ਕਿਹੜੇ ਕਿਹੜੇ ਚਿਹਰੇ ਹੈ, ਕਿੱਥੋਂ ਕਿੱਥੋਂ ਕਿਹਨੂੰ ਟਿਕਟ ਦਿੱਤੀ ਗਈ ਹੈ। ਤਾਂ ਅਜਿਹੇ ਦੇ ਵਿੱਚ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਸ ਤਰ੍ਹਾਂ ਦੀ ਚੁਣੌਤੀ ਖੜੀ ਕਰ ਪਾਉਣਗੇ ਬਾਕੀ ਪਾਰਟੀਆਂ ਦੇ ਲਈ, ਜਾਂ ਫਿਰ ਆਪਣੇ ਇੰਨੇ ਕੁ ਕੈਂਡੀਡੇਟ ਜਿਤਾ ਸਕਣਗੇ ਕਿ ਉਹਨਾਂ ਦੀ ਪਾਰਟੀ ਦੀ ਸਾਖ ਬਚ ਜਾਵੇ, ਜੇ ਜਿਹੋ ਜਿਹਾ ਦਾਅਵਾ ਹੁਣ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ? ਦੇਖੋ ਦਾਅਵੇ ਤਾਂ ਬਹੁਤ ਕਰਦੇ ਰਹੇ ਨੇ, ਪਰ ਜਿਸ ਤਰ੍ਹਾਂ ਦੀ ਸੰਭਾਵਨਾ ਲੱਗਦੀ ਸੀ ਜਾਂ ਸ਼ਾਇਦ ਜਿਸ ਤਰ੍ਹਾਂ ਦੀ ਉਹਨਾਂ ਨੂੰ ਉਮੀਦ ਸੀ ਵੀ ਮੇਰੀ ਸਪੋਰਟ ਮਿਲੇਗੀ ਮੈਨੂੰ ਜੀ, ਉਹ ਸ਼ਾਇਦ ਨਹੀਂ ਮਿਲੀ। 2 ਕਾਰਨ ਉਹਦੇ ਲੱਗਦੇ ਆ। ਇੱਕ ਤਾਂ ਕਾਂਗਰਸ ਪਾਰਟੀ ਨੇ ਟਿਕਟਾਂ ਦੇਣ ਵੇਲੇ ਬਹੁਤ ਜ਼ਿਆਦਾ ਕਾਂਟ-ਛਾਂਟ ਨਹੀਂ ਕੀਤੀ ਜੀ।
ਵੀ ਹੁਣ ਤੱਕ ਜਿਹੜੀ 86 ਦੀ ਲਿਸਟ ਹੋਈ ਆ ਉਹਦੇ ਚੋਂ 4 ਹੀ ਇਹੋ ਜਿਹੇ ਸੀਗੇ ਜਿਹੜੇ MLA ਜਿਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ। ਦੂਸਰਾ ਇਹ ਵੀ ਹੈ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਸਪੋਰਟਰ ਸੀਗੇ ਕਈ, ਬਿਲਕੁਲ, ਉਹ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ 'ਚ ਜਾਣ ਦੀ ਥਾਂ ਸਿੱਧੇ ਛੜਪਾਂ ਮਾਰ ਕੇ BJP ਚਲੇ ਗਏ ਜੀ, ਇਹ ਵੀ ਹੋਇਆ। ਬਿਲਕੁਲ, ਆਪਾਂ ਰਾਣਾ ਸੋਢੀ ਦੇਖਿਆ, ਈਵਨ ਅਰਵਿੰਦ ਖੰਨਾ ਵੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨੇੜੇ ਸੀਗੇ, ਫਤਿਹਜੰਗ ਸਿੰਘ ਬਾਜਵਾ, ਫਤਿਹਜੰਗ ਬਾਜਵਾ ਵੀ, ਤੇ ਕੁਝ ਹੋਰ ਸਪੋਰਟਰ ਵੀ ਜਿਹੜੇ ਸੀਗੇ ਉਹ ਸਿੱਧੇ BJP 'ਚ ਚਲੇ ਗਏ। ਇਹ ਵੀ ਇੱਕ ਕਾਰਨ ਹੈ ਕਿ ਉਹਨਾਂ ਨੂੰ ਜਿਸ ਤਰ੍ਹਾਂ ਦੀ ਉਮੀਦ ਸੀ ਤੇ ਵੀ ਉਹਨਾਂ ਨੂੰ ਉਸ ਤਰ੍ਹਾਂ ਦੀ ਜਿਹੜੀ ਰਵਾਇਤੀ ਜਿਹੜੇ MLA ਮਿਨਿਸਟਰ ਸੀ ਜਾਂ ਅਮਰਿੰਦਰ ਧੜਾ ਜਿਹੜਾ ਵੱਜਦਾ ਸੀਗਾ ਜੀ, ਉਹਦੇ ਚੋਂ ਉਹਨਾਂ ਨੂੰ ਨਹੀਂ ਉਹਨਾਂ ਦੇ ਵਿੱਚ ਸ਼ਾਮਲ ਹੋਏ ਬਹੁਤੇ ਲੋਕ। ਸੋ ਹੁਣ ਉਹਦਾ ਕਿੰਨਾ ਕੁ ਇੰਪੈਕਟ ਹੋਏਗਾ, ਕਿਸ ਤਰ੍ਹਾਂ ਦਾ ਇਹ ਜੇ ਕਿੱਥੇ ਕਿੱਥੇ ਕਿਹਨੂੰ ਡੈਂਟ ਪਾਉਣਗੇ, ਇਹ ਕਾਂਗਰਸ ਦੇ ਕੈਂਡੀਡੇਟਸ ਨੂੰ ਨੁਕਸਾਨ ਪਹੁੰਚਾਉਣਗੇ ਜਾਂ ਦੂਸਰਿਆਂ ਨੂੰ ਪਹੁੰਚਾਉਣਗੇ, ਇਹ ਅਜੇ ਆਪਾਂ ਨੂੰ ਇਕੱਲੇ ਹਲਕੇ ਦਾ ਹਿਸਾਬ ਲਾਉਣਾ ਪਏਗਾ ਜੀ। ਮਤਲਬ ਆਪਾਂ ਐਜ਼ ਅ ਪਾਰਟੀ ਹਿਸਾਬ ਲਾਉਣਾ ਔਖਾ ਮੇਰੇ ਖਿਆਲ। ਜਿਵੇਂ ਮਿਸਾਲ ਦੇ ਤੌਰ ਤੇ ਆਪਾਂ ਜਿਵੇਂ ਪਾਰਟੀ ਦਰ ਦੇ ਹਿਸਾਬ ਲਾਉਣਾ ਹੋਵੇ ਤਾਂ BJP ਦਾ ਆਪਾਂ ਨੂੰ ਜੇ ਹਿਸਾਬ ਲਾਉਣਾ ਹੋਵੇ ਤਾਂ BJP ਆਪਾਂ ਕਹਿ ਸਕਦੇ ਹਾਂ ਵੀ ਅਰਬਨ ਏਰੀਏ 'ਚ ਸ਼ਹਿਰੀ ਵੋਟਰ 'ਚ, ਖਾਸ ਕਰ ਸ਼ਹਿਰੀ ਹਿੰਦੂ ਵੋਟਰ 'ਚ ਉਹ ਜਦੋਂ ਵੋਟ ਲਏਗੀ BJP ਕੈਂਡੀਡੇਟ ਖੜੇ ਕਰੇਗੀ ਤਾਂ ਉਹਦਾ ਨੁਕਸਾਨ ਕਾਂਗਰਸ ਨੂੰ ਹੋਏਗਾ, ਜਿੰਨਾ ਵੀ ਕਰ ਮਤਲਬ ਘੱਟ ਵੱਧ ਹੋ ਸਕਦਾ ਹੈ, ਪਰ ਕਾਂਗਰਸ ਨੂੰ ਨੁਕਸਾਨ ਸਿੱਧਾ ਹੋਏਗਾ ਕਿਉਂਕਿ ਪਿਛਲੀ ਵਾਰ ਸ਼ਹਿਰੀ ਵੋਟਰ ਜਿਹੜਾ ਬਹੁਤਾ ਉਹ ਕਾਂਗਰਸ ਦੇ ਹੱਕ 'ਚ ਭੁਗਤਿਆ ਸੀ ਜੀ। ਤੇ ਆਪਾਂ ਪਾਰਟੀ ਦੇ ਪੱਧਰ ਤੇ ਇਸ ਤਰ੍ਹਾਂ ਕਹਿ ਸਕਦੇ ਹਾਂ, ਪਰ ਕੈਪਟਨ ਅਮਰਿੰਦਰ ਸਿੰਘ ਦੇ ਕੈਂਡੀਡੇਟ ਜਿਹੜੇ ਆ ਉਹ ਕਿੰਨਾ ਕੁ ਕਾਂਗਰਸ ਨੂੰ ਪਹੁੰਚਾਉਣਗੇ, ਕਿੰਨਾ ਕੁ ਦੂਜਿਆਂ ਨੂੰ ਨੁਕਸਾਨ ਪਹੁੰਚਾਉਣਗੇ ਅਜੇ, ਕਿਉਂਕਿ ਕਾਂਗਰਸ ਦੇ ਕੋਈ ਵੱਡੇ ਲੀਡਰ ਤਾਂ ਹੈ ਨਹੀਂ, ਆਏ ਨਹੀਂ ਇਹਨਾਂ ਨਾਲ, ਉਹ ਅਜੇ ਕੁਝ ਕਹਿਣਾ ਮੁਸ਼ਕਿਲ ਹੈ। ਕੁਝ ਆਪਾਂ ਹਲਕਾਵਾਰ ਹੀ ਦੇਖਣਾ ਪਏਗਾ ਉਹਦਾ। ਪਰ ਇਹ ਹੈਗਾ ਕਿ ਇਸ ਵਾਰ ਜਿਹੜੀ ਬਹੁ ਕੋਣੇ ਲੜਾਈ ਹੋਏਗੀ, ਬਹੁ ਕੋਣੀ ਤਾਂ 5 ਕੋਣੀ ਤਾਂ ਹੋ ਹੀ ਗਈ ਨਾ, ਇਹ ਜਿਵੇਂ ਤੁਸੀਂ ਗਿਣੀਆਂ ਪਾਰਟੀਆਂ, ਬਿਲਕੁਲ, ਤੇ ਉਹਦੇ ਚ ਮਾਰਜਨ ਵੀ ਘਟਣਗੇ ਤੇ ਜਿਹੜੀ ਥੋੜੇ ਪਰਸੈਂਟ ਜਿਹੜਾ ਹੋ ਸਕਦਾ 25% ਵੋਟਾਂ ਲੈ ਜੇ, 30% ਲੈ ਉਹ ਹੀ ਜਿੱਤ ਜਾਏਗਾ, ਇਹ ਵੀ ਹੋ ਸਕਦਾ ਹੈ ਕਿਉਂਕਿ ਬਹੁਤ ਕੋੜੇ ਮੁਕਾਬਲੇ 'ਚ ਵੋਟਾਂ ਵੰਡੀਆਂ ਜਾਣੀਆਂ। ਇਸ ਕਰਕੇ ਆਪਾਂ ਨੂੰ ਇਹਨਾਂ ਦੇ ਜਿਹੜੇ ਜਿਵੇਂ ਹੁਣ ਮੈਂ ਹਰਜਿੰਦਰ ਠੇਕੇਦਾਰ ਦੀ ਗੱਲ ਕਰਦੇ ਆਪਾਂ, ਇਹਨਾਂ ਨੇ ਖੜਾ ਕੀਤਾ ਉਸ ਸਾਲ ਠੇਕੇਦਾਰ, ਉਹ ਪਹਿਲਾਂ MLA ਰਿਹਾ, ਸਾਬਕਾ MLA ਹੈਗਾ, ਉਹਦੀ ਜਿਹੜੀ ਆਪਣੀ ਇੱਕ ਉਹਦੀ ਜਿਹੜੀ ਕਮਿਊਨਿਟੀ ਹੈਗੀ, ਉਹ ਜਿਸ ਕਮਿਊਨਿਟੀ ਨੂੰ ਬਿਲੋਂਗ ਕਰਦਾ ਉਹਦਾ ਵੋਟ ਬੈਂਕ ਕਾਫੀ ਆ ਉੱਥੇ, ਉਹ ਹੁਣ ਬੁਲਾਰੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜੀ। ਇਸੇ ਤਰ੍ਹਾਂ ਜਿਵੇਂ ਜੱਗਾ ਖੜਾ ਕੀਤਾ ਰਾਜਪੁਰੇ ਤੋਂ, ਨਰਿੰਦਰ ਜੱਗਾ ਹੈਗਾ, ਤੇ ਉਹ ਬਾਵਲਪੁਰੀਏ ਜਿਹੜੀ ਕਮਿਊਨਿਟੀ ਹੈਗੀ ਉਹਦਾ ਹੈਗਾ, ਉਹ ਹੋ ਸਕਦਾ ਉਹ ਜਿਹੜੀ ਸਾਰੀ ਅੱਗੇ ਕਾਂਗਰਸ ਨੂੰ ਪੈਂਦੀ ਸੀ, ਅਗਰ ਰਾਜਕੁਮਾਰ ਖਰਾਣਾ ਸਿਰਫ ਉਸ ਬਰਾਦਰੀ ਦੇ ਸਿਰ ਤੇ ਜਿੱਤਦਾ ਸੀਗਾ ਤੇ ਹੋ ਸਕਦਾ ਵੀ ਉੱਥੇ ਉਹ ਐਂਡ ਬਲੌਕ ਜੇ ਇਹਨਾਂ ਨੂੰ ਲੈ ਗਈ ਤਾਂ ਇਹ ਇਹਨਾਂ ਨੂੰ ਫਾਇਦਾ ਹੋ ਜਾਏਗਾ, ਕਾਂਗਰਸੀ ਜਿਹੜਾ ਕੰਬੋਜ ਆ ਤੇ ਕਾਂਗਰਸ ਦਾ ਕੈਂਡੀਡੇਟ ਨੂੰ ਨੁਕਸਾਨ ਹੋ ਜਾਏਗਾ ਜੀ। ਸੋ ਇਸ ਤਰ੍ਹਾਂ ਆਪਾਂ ਨੂੰ ਇਕੱਲੇ ਹਲਕੇ ਦਾ ਹਿਸਾਬ ਲਾਉਣਾ ਪਏਗਾ, ਬਿਲਕੁਲ, ਜਦੋਂ ਆਪਾਂ ਦੇਖਾਂਗੇ ਨਾ। ਜੇ ਮਤਲਬ ਐ ਨਹੀਂ ਕਹਿ ਸਕਦੇ ਕਿ ਵੀ ਕਿਸ ਤਰ੍ਹਾਂ ਇਹ ਇੰਪੈਕਟ ਹੋਏਗਾ ਇਹਨਾਂ ਦਾ। ਅਸਰ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅਸਰ ਜ਼ਰੂਰ ਇਹਨਾਂ ਦਾ ਕਿਤੇ ਨਾ ਕਿਤੇ ਹੋਣਾਗਾ, ਕਿਉਂਕਿ ਇਹ ਕਾਂਗਰਸ ਦੇ ਨਾਲ ਇਹਨਾਂ ਦਾ ਪਿਛੋਕੜ ਜੁੜਿਆ ਰਿਹਾ, ਚਾਹੇ ਨਵੇਂ ਚਿਹਰੇ ਵੀ ਇਹਨਾਂ ਨੇ ਲਿਆਂਦੇ ਹੋਣਗੇ ਅੱਗੇ, ਪਰ ਕੈਪਟਨ ਅਮਰਿੰਦਰ ਸਿੰਘ ਦੀ ਨੇੜਤਾ ਉਹਨਾਂ ਨਾਲ ਹੋਏਗੀ ਤਾਂ ਹੀ ਉਹ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਸਾਥ ਦੇਣ ਦੇ ਲਈ ਤਿਆਰ ਹੋਏ ਆ। ਹਾਲਾਂਕਿ ਬਹੁਤ ਜਿਹੜੇ ਨੇੜੇ ਵਾਲੇ ਆ ਉਹ ਸਿੱਧਾ ਛੜੱਪਾ ਮਾਰ ਕੇ ਭਾਜਪਾ 'ਚ ਜਾਣ ਵਾਲੀ ਜਿਹੜੀ ਗੱਲ ਤੁਸੀਂ ਕੀਤੀ ਹੈ। ਉਧਰ ਜੇਕਰ ਆਪਾਂ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰੀਏ, ਸੰਯੁਕਤ ਸਮਾਜ ਮੋਰਚਾ ਜਿਹੜਾ, ਇੱਕ ਗੱਲ ਹੋਰ ਕਰ ਲਵਾਂ ਮੈਂ ਤੁਹਾਨੂੰ ਟੋਕ ਰਿਹਾ, ਸੌਰੀ, ਕਿ ਇਹ ਇੱਕ ਟਿਕਟ ਜਿਹੜੀ ਹੈ ਉਹ ਭਰਤਿੰਦਰ ਚਾਹਲ ਦੇ ਬੇਟੇ ਨੂੰ ਦਿੱਤੀ ਹੈ ਜੀ, ਉਹ ਵੀ ਨੋਟੇਬਲ ਹੈਗੀ। ਜਿਹੜੇ ਭਰਤਿੰਦਰ ਚਾਹਲ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਹੈਗੇ, ਜਿਹੜੇ ਖਾਸ ਦਰਬਾਰ ਦੇ ਵਿੱਚ ਇੱਕ ਦਰਬਾਰੀ ਕਿਹਾ ਜਾਂਦਾ ਉਹਨਾਂ ਨੂੰ, ਜਿਵੇਂ ਉਹ ਸਲਾਹਕਾਰ ਹੈਗੇ ਇਹਨਾਂ ਦੇ ਸੀਗੇ ਇਸ ਸਰਕਾਰ 'ਚ, ਪਿਛਲੀ ਸਰਕਾਰ 'ਚ ਮੀਡੀਆ ਐਡਵਾਈਜ਼ਰ ਸੀ, ਕਾਫੀ ਉਹ ਚਰਚਾ 'ਚ ਵੀ ਰਹੇ ਹੈ, ਵਿਵਾਦਾਂ 'ਚ ਵੀ ਰਹੇ ਹੈ। ਤੇ ਉਹਦੇ ਬੇਟੇ ਬਿਕਰਮਿੰਦਰਜੀਤ ਸਿੰਘ ਚਾਹਲ ਨੂੰ ਸਨੌਰ ਤੋਂ ਟਿਕਟ ਦਿੱਤੀ ਹੈ, ਮਤਲਬ ਪਹਿਲੀ ਵਾਰੀ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਇਲੈਕਸ਼ਨ ਲੜ ਰਿਹਾ ਜੀ, ਤੇ ਉਹਦਾ ਬੇਟਾ ਬਿਕਰਮਿੰਦਰਜੀਤ ਸਿੰਘ ਚਾਹਲ, ਨਿੱਕੂ ਕਹਿੰਦੇ ਜਿਹਨੂੰ, ਉਹਨਾਂ ਨੂੰ ਟਿਕਟ ਦਿੱਤੀ ਹੈ ਜੀ। ਸੋ ਇਹ ਵੀ ਇੱਕ ਕੈਪਟਨ ਅਮਰਿੰਦਰ ਸਿੰਘ ਦੀ ਜ਼ਿਕਰਯੋਗ ਹੈਗਾ ਐਸਪੈਕਟ।
ਜੀ। ਜੀ ਬਿਲਕੁਲ ਜ਼ਿਕਰਯੋਗ ਹੈਗਾ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਾਂਗਰਸ ਦੀ, ਤਾਂ ਉਵੇਂ ਹੀ ਜੇਕਰ ਆਪਾਂ ਸੰਯੁਕਤ ਸਮਾਜ ਮੋਰਚੇ ਦੀ ਗੱਲ ਕਰੀਏ ਜਾਂ ਗੁਰਨਾਮ ਸਿੰਘ ਜਡੂਣੀ ਉਹਨਾਂ ਦਾ ਧੜਾ ਨਾਲ ਰਲਿਆ ਹੋਇਆ ਹੈ, ਤੇ ਇਹਨਾਂ ਨੇ ਵੀ ਆਪਣੀਆਂ ਹੁਣ ਤੱਕ 110 ਦੇ ਕਰੀਬ ਸੀਟਾਂ ਦਾ ਐਲਾਨ ਕਰ ਦਿੱਤਾ ਹੈ। ਅੱਜ ਵੀ ਕੁਝ ਸੀਟਾਂ ਜਿਹੜੀਆਂ ਐਲਾਨ ਕੀਤੀਆਂ ਗਈਆਂ, ਤੇ ਫਿਰ ਕੀ ਸਮਝਦੇ ਹੋ ਕਿ ਇਹ ਵੀ ਆਮ ਆਦਮੀ ਪਾਰਟੀ ਦੀਆਂ ਜਿਹੜਾ ਵੋਟਾਂ ਆ ਉਹਨਾਂ ਦਾ ਜਿਹੜਾ ਵੋਟ ਬੈਂਕ ਆ ਉਹਨੂੰ ਪ੍ਰਭਾਵਿਤ ਕਰ ਸਕਦੇ ਆ? ਕਿਉਂਕਿ ਜੇ ਆਪਾਂ ਕਾਂਗਰਸ ਦੀ ਗੱਲ ਕਰ ਰਹੇ ਹਾਂ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦੀ ਗੱਲ ਕੀਤੀ ਹੈ, ਤਾਂ ਇਹ ਭਾਜਪਾ ਦੇ ਨਾਲ ਆਪਾਂ ਗਠਬੰਧਨ ਦੀ ਗੱਲ ਕੀਤੀ ਹੈ, ਤਾਂ ਉਹ ਸ਼ਹਿਰ ਦਾ ਪ੍ਰਭਾਵ ਕਿਤੇ ਨਾ ਕਿਤੇ ਇਹ ਚੀਜ਼ਾਂ ਪਾਉਂਦੀਆਂ। ਸ਼ਹਿਰੀ ਵੋਟ ਜਿਹੜੀ ਹੈ ਉਹ ਇਸ ਨਾਲ ਪ੍ਰਭਾਵਿਤ ਹੋਊਗੀ। ਜੇ ਪਿੰਡਾਂ ਦੇ ਵਿੱਚ ਆਪਾਂ ਵੋਟ ਬੈਂਕ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਵੀ ਗਿਣਿਆ ਜਾਂਦਾ ਉੱਥੇ। ਤੇ ਜੇਕਰ ਹੁਣ ਕਿਸਾਨ ਜਿਹੜੇ ਖੜੇ ਆ, ਕਿਸਾਨਾਂ ਦੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਵੀ ਕਿਤੇ ਨਾ ਕਿਤੇ ਵੋਟ ਬੈਂਕ ਨੂੰ ਪਿੰਡਾਂ ਵਾਲੇ ਨੂੰ ਹੀ ਖਿੱਚਣਗੇ, ਕਿਉਂਕਿ ਕਿਸਾਨਾਂ ਦੀ ਵੋਟ ਲੈਣ ਦੇ ਆਪਾਂ ਕਹਿ ਸਕਦੇ ਹਾਂ ਕਿ ਕੋਸ਼ਿਸ਼ ਕਰਨਗੇ, ਤਾਂ ਫਿਰ ਉਹਦੇ ਨਾਲ ਆਮ ਆਦਮੀ ਪਾਰਟੀ ਦੇ ਉੱਤੇ ਪ੍ਰਭਾਵ ਪੈਂਦਾ ਨਜ਼ਰ ਆਉਂਦਾ ਤੁਹਾਨੂੰ? ਇਹ ਦੇਖੋ, ਇਸ ਵਾਰ ਬੀਜੇਪੀ ਵੀ ਪਹਿਲੀ ਵਾਰੀ ਵੱਖਰੀ ਧਿਰ ਦੇ ਤੌਰ ਤੇ ਲੜ ਰਹੀ ਹੈ, ਤੇ ਇਹ ਜਿਹਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਤੇ ਢੀਂਡਸੇ ਦੀ ਪਾਰਟੀ ਨਾਲ ਸਮਝੌਤਾ ਹੈ। ਤੇ ਕਿਸਾਨ ਵੀ ਨੇ, ਜਿਹੜਾ ਕਿਸਾਨ ਮੋਰਚਾ ਹੈ, ਮਤਲਬ ਜਿਹੜਾ ਰਾਜੇਵਾਲ ਦੀ ਅਗਵਾਈ ਹੇਠਲਾ ਮੋਰਚਾ, ਸੰਯੁਕਤ ਸਮਾਜ ਮੋਰਚਾ, ਉਹ ਵੀ ਪਹਿਲੀ ਵਾਰੀ, ਹਾਂ ਸੰਯੁਕਤ ਸਮਾਜ ਮੋਰਚਾ, ਉਹ ਵੀ ਪਹਿਲੀ ਵਾਰੀ ਮੈਦਾਨ 'ਚ ਆ ਰਿਹਾ। ਤੇ ਇੱਕ ਨਰੋਲ ਕਿਸਾਨਾਂ ਦੀ ਨੁਮਾਇੰਦਾ ਜਿਹੜੀ ਜਥੇਬੰਦੀ ਹੈ ਉਹਨੇ ਪਾਰਟੀ ਬਣਾਈ ਹੈ, ਜਾਂ ਜਥੇਬੰਦੀਆਂ ਨੇ ਰਲ ਕੇ ਪਾਰਟੀ ਬਣਾਈ ਹੈ। ਸੋ ਜਦੋਂ ਵੀ ਕੋਈ ਨਵੀਂ ਐਂਟਰੀ ਹੁੰਦੀ ਹੈ ਤਾਂ ਉਹਦਾ ਮਤਲਬ ਦੇਖਣਾ ਹੁੰਦਾ ਵੀ ਉਹ ਕਿਹੜੇ ਸੈਕਸ਼ਨ 'ਚ ਹੈ। ਕੁਦਰਤੀ ਹੈ ਤੁਹਾਡਾ ਕਹਿਣਾ ਵੀ ਪੇਂਡੂ ਸੈਕਸ਼ਨ 'ਚ ਜਾਂ ਕਿਸਾਨਾਂ 'ਚ ਉਹਨਾਂ ਦਾ ਜ਼ਿਆਦਾ ਯਾਰ, ਤੇ ਉਹ ਇਹ ਸਵਾਲ ਕੁਦਰਤੀ ਹੈ ਵੀ ਉਹ ਕਿਸ ਨੂੰ ਨੁਕਸਾਨ ਕਰੇਗੀ ਜਾਂ ਕਿਸ ਦਾ ਕਿੰਨਾ ਕਾਬ ਦੀ ਪਰਫਾਰਮੈਂਸ ਹੋਏਗੀ। ਜੀ, ਇਹ ਬਿਲਕੁਲ ਤੁਹਾਡੀ ਠੀਕ ਗੱਲ ਹੈ ਕਿ ਮੈਨੂੰ ਵੀ ਲੱਗਦਾ ਕਿ ਸਭ ਤੋਂ ਵੱਧ ਨੁਕਸਾਨ ਉਹ ਆਮ ਆਦਮੀ ਨੂੰ ਪਾਰਟੀ ਨੂੰ ਕਰਨਗੇ। ਕਿਉਂ? ਕਿਉਂਕਿ ਜਿਹੜਾ ਕਿਸਾਨ ਮੋਰਚਾ ਸੀ ਦਿੱਲੀ ਦੇ ਬਾਰਡਰਾਂ ਤੇ ਲੱਗਿਆ ਹੋਇਆ ਜਦੋਂ, ਤਾਂ ਉੱਥੇ ਦੋ ਤਰ੍ਹਾਂ ਦੇ ਕਿਸਾਨ ਸੀਗੇ ਉਸ ਮੋਰਚੇ 'ਚ ਜਿਹੜੇ ਜਾਂਦੇ, ਰਾਦਰ ਤਿੰਨ ਤਰ੍ਹਾਂ ਦੇ ਲੋਕ ਸੀਗੇ ਉੱਥੇ। ਇੱਕ ਤਾਂ ਸੀਗੇ ਜਿਹੜੇ ਵੱਖ-ਵੱਖ ਪਾਰਟੀਆਂ ਨਾਲ ਜੁੜੇ ਹੋਏ ਸੀਗੇ ਜੀ, ਪਰ ਮੋਰਚੇ ਸ਼ਾਮਲ ਸੀ। ਉਹਦੇ 'ਚ ਅਕਾਲੀ ਦਲ ਦੇ ਵੀ ਉੱਥੇ ਮੋਰਚੇ ਜਾਂਦੇ ਸੀ, CPI CPM ਦੇ, ਦੂਜੀਆਂ ਪਾਰਟੀਆਂ ਦੇ, ਕਾਂਗਰਸ ਪਾਰਟੀ ਨੇ ਵੀ ਜੁੜੇ ਹੋਏ ਸੀਗੇ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਦੀ ਜਿਹੜੀ ਅਫੀਲੀਏਸ਼ਨ ਪਾਰਟੀਆਂ ਨਾਲ ਸੀਗੀ, ਪਰ ਮੋਰਚੇ ਸ਼ਾਮਲ ਹੁੰਦੇ ਸੀ ਉੱਥੇ, ਲੰਗਰ ਵੀ ਲਾਉਂਦੇ ਸੀ, ਜਾਂਦੇ ਸੀ, ਮਦਦ ਵੀ ਕਰਦੇ ਸੀ। ਪਰ ਇੱਕ ਸੀਗੇ ਜਿਹੜੇ ਨਾਨ ਪਾਰਟੀਆਂ ਨੇ ਕਮਿਟਡ ਨਹੀਂ ਸੀਗੇ ਕਿਸਾਨ, ਉਹ ਜਾਂਦੇ ਸੀ। ਪਰ ਉਹ ਸੈਕਸ਼ਨ ਸੀ ਜਿਹੜਾ, ਉਹ ਵੱਡਾ ਸੈਕਸ਼ਨ ਸੀ, ਉਹ ਉੱਥੇ ਆਮ ਆਦਮੀ ਪਾਰਟੀ ਵੱਲ ਉਹਨਾਂ ਦਾ ਸੌਫਟ ਕਾਰਨਰ ਰਿਹਾ ਜੀ, ਕਿਉਂਕਿ ਮਤਲਬ ਆਮ ਆਦਮੀ ਪਾਰਟੀ ਵੱਲ ਉਹਨਾਂ ਦਾ ਨਰਮ ਰਵੱਈਆ ਸੀ, ਬਾਕੀ ਪੋਲੀਟੀਕਲ ਪਾਰਟੀਆਂ ਨਾਲੋਂ ਵੱਖਰਾ ਸੀ ਉੱਥੇ। ਕਿਉਂਕਿ ਕੇਜਰੀਵਾਲ ਦੀ ਸਰਕਾਰ ਨੇ, ਕੇਜਰੀਵਾਲ ਦੇ ਜਿਹੜੇ MLA ਸੀ, ਮੰਤਰੀ ਜਾਂ ਹੋਰ, ਉਹਨਾਂ ਨੇ ਉਹਦੀ ਕਈ ਪੱਖਾਂ ਤੋਂ ਮਦਦ ਕੀਤੀ ਸੀ ਮੋਰਚੇ ਦੀ, ਲਗਾਤਾਰ ਮਦਦ ਕੀਤੀ। ਸੋ ਉਹਨਾਂ ਦਾ ਸੌਫਟ ਕਾਰਨਰ ਸੀ। ਤੁਸੀਂ ਦੇਖਿਆ ਹੋਣਾ ਕਿ ਉੱਥੇ ਜਦੋਂ ਕੋਈ ਹੋਰ ਪੋਲੀਟੀਕਲ ਪਾਰਟੀ ਤੇ ਜਾਂਦਾ ਸੀ ਤਾਂ ਉਹ ਵੜਨ ਨਹੀਂ ਸੀ ਦਿੰਦੇ, ਬਹੁਤ ਰਿਐਕਟ ਕਰਦੇ ਸੀ। ਬਿਲਕੁਲ। ਤੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸੀ ਉਹ ਤੇ ਅਕਸਰ ਹੀ ਚਲੇ ਜਾਂਦੇ ਸੀ, ਉਹਨਾਂ ਨੂੰ ਬਹੁਤ ਉਸ ਤਰ੍ਹਾਂ ਦੇ ਰਿਐਕਸ਼ਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜੀ। ਸੋ ਮੈਂ ਉਹ ਜਿਹੜਾ ਸੈਕਸ਼ਨ ਸੀ ਜਿਹੜਾ ਪਾਰਟੀਆਂ ਨਾਲ ਕਮਿਟਡ ਨਹੀਂ ਸੀਗਾ, ਜਿਹੜੇ ਪਾਰਟੀਆਂ ਨਾਲ ਕਮਿਟਡ ਆ ਉਹ ਤਾਂ ਆਪਣੇ ਪਿੰਡ ਆ ਕੇ ਫੇਰ ਉਹ ਪਾਰਟੀਆਂ ਨਾਲ ਲੱਗੇ ਹੋਣੇ ਆ, ਬਿਲਕੁਲ ਆਪਦੀ ਪਾਰਟੀਆਂ ਨਾਲ। ਤੇ ਪਰ ਜਿਹੜੇ ਕਮਿਟਡ ਨਹੀਂ ਸੀ, ਜਿਹੜੇ ਆਮ ਕਿਸਾਨ ਸੀ, ਉਹਨਾਂ ਦਾ ਕਾਫੀ ਵੱਡਾ ਸੈਕਸ਼ਨ ਉਹ ਆਮ ਆਦਮੀ ਪਾਰਟੀ ਵੱਲ ਆਕਰਸ਼ਿਤ ਸੀਗਾ, ਜਾਂ ਕਹਿ ਲਓ ਆਕਰਸ਼ਿਤ ਹੋ ਸਕਦਾ ਸੀ, ਉਹਨਾਂ ਦਾ ਵੋਟਰ ਬਣ ਸਕਦਾ ਸੀ ਉਹ, ਜੇ ਉਹ ਆਮ ਆਦਮੀ ਪਾਰਟੀ ਨਾਲ ਇਹਨਾਂ ਦਾ ਅਲਾਇੰਸ ਹੋ ਜਾਂਦਾ, ਜਾਂ ਇਹ ਵੱਖਰੀ ਧਿਰ ਨਾ ਬਣਦੇ, ਸਿਆਸੀ ਧਿਰ ਨਾ ਬਣਦੇ। ਸੋ ਇਸ ਕਰਕੇ ਉਹ ਨੁਕਸਾਨ, ਅੱਛਾ ਇਕੱਲੇ ਇਹ ਨਹੀਂ ਕਿ ਇਹਨਾਂ ਦਾ ਅਲਾਇੰਸ ਨਹੀਂ ਹੋਇਆ, ਸਗੋਂ ਟਕਰਾਅ ਸ਼ੁਰੂ ਹੋ ਗਿਆ ਦੋਵਾਂ ਦਾ। ਮਤਲਬ ਉਹਨਾਂ ਨੇ ਇਹ ਐਲੀਗੇਸ਼ਨ ਲਾਤੇ ਇੱਕ ਦੂਜੇ ਤੇ, ਇੱਥੋਂ ਤੱਕ ਕਹਿਤਾ ਆਮ ਆਦਮੀ ਪਾਰਟੀ ਨੇ ਤਾਂ BJP ਨੇ ਖੜਾ ਕੀਤਾ ਮੋਰਚਾ, BJP ਨੇ ਇਹੀ ਪੈਟਰਨਾਈਜ਼ ਕੀਤਾ ਹੋਇਆ, ਪੈਸਾ ਖਰਚ ਕਰਿਆ, ਇਲੈਕਸ਼ਨ ਕਮਿਸ਼ਨ ਤੇ ਜਿਹੜੀ ਉਹਨੇ ਰਜਿਸਟ੍ਰੇਸ਼ਨ ਹੈ ਉਹਦੇ ਤੇ ਵੀ ਕਿੰਤੂ ਪਰੰਤੂ ਕਰਤੇ। ਮਤਲਬ ਇੱਕ ਤਾਂ ਹੁੰਦਾ ਵੀ ਚਲੋ ਤੁਸੀਂ ਆਪਣਾ ਲੜੋ, ਅਸੀਂ ਆਪਣਾ ਲੜਦੇ ਆ। ਜਿਵੇਂ ਕਿਸਾਨ ਜਥੇਬੰਦੀਆਂ ਨੇ ਕਹਿਤਾ ਵੀ ਅਸੀਂ ਇਸ ਮੋਰਚੇ ਦਾ ਵਿਰੋਧ ਨਹੀਂ ਕਰਦੇ, ਪਰ ਅਸੀਂ ਹਿੱਸਾ ਵੀ ਨਹੀਂ ਲੈਂਦੇ ਜੀ। ਇਹ ਪੋਜੀਸ਼ਨ
ਇਹਦਾ ਮਤਲਬ ਹੈ ਵੀ ਉਹਨਾਂ ਦੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਸਮਰਥਕ ਨੇ ਉਹ ਇਹਨਾਂ ਨੂੰ ਭੁਗਤ ਵੀ ਸਕਦੇ ਨੇ, ਕਿਉਂਕਿ ਉਹ ਰੋਕ ਨਹੀਂ ਰਹੇ ਕਿਸ ਨੂੰ। ਪਰ ਆਮ ਆਦਮੀ ਪਾਰਟੀ ਦੇ ਕਿਸਾਨ ਜਿਹੜੇ ਰਾਜੇਵਾਲ ਦੇ ਜਿਹੜੇ ਸਮਾਜ ਮੋਰਚੇ ਦਾ ਟਕਰਾਅ ਸ਼ੁਰੂ ਹੋ ਗਿਆ ਸਿੱਧਾ, ਸੋ ਐਂਟੈਗੋਨਿਜ਼ਮ ਹੋ ਗਿਆ ਦੋਵਾਂ ਦੇ ਵਿੱਚ। ਇਸ ਕਰਕੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਵੈਸੇ ਨੁਕਸਾਨ ਉਹਨੂੰ ਉਸ ਦਾ ਅਕਾਲੀ ਦਲ ਤੇ ਕਾਂਗਰਸ ਨੂੰ ਵੀ ਹੋਣਾ ਕੁਛ ਹੱਦ ਤੱਕ ਜੀ, ਬਿਲਕੁਲ। ਮਤਲਬ ਪਰ ਜ਼ਿਆਦਾ ਜਿਹੜਾ ਨੁਕਸਾਨ ਮੈਨੂੰ ਲੱਗਦਾ ਕਿ ਉਹ ਆਮ ਆਦਮੀ ਪਾਰਟੀ ਦਾ ਹੀ ਹੋਏਗਾ। ਇਹ ਗੱਲ, ਇਹ ਫੈਕਟ ਹੈ ਜੀ। ਇੱਕ ਬੀਤੇ ਦਿਨ ਇੱਕ ਪ੍ਰੈਸ ਕਾਨਫਰੰਸ ਹੋਈ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ। ਉਹਦੇ ਵਿੱਚ ਇੱਕ ਦਰਸ਼ਨ ਸਿੰਘ ਨਾਂ ਦਾ ਵਿਅਕਤੀ ਵੀ ਲਿਆਂਦਾ ਗਿਆ, ਜਿਹਨੇ ਦਾਅਵਾ ਕੀਤਾ ਕਿ ਮੈਂ ਸਟਿੰਗ ਕੀਤਾ ਚਰਨਜੀਤ ਸਿੰਘ ਚੰਨੀ ਦੇ ਖਿਲਾਫ। ਉਹਦੇ ਵਿੱਚ ਕੁਝ ਤੱਥ ਜਿਹੜੇ ਸਬੂਤ ਨਿਕਲ ਕੇ ਸਾਹਮਣੇ ਆ ਰਹੇ ਆ। ਉਹਦੇ ਸਟਿੰਗ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਜਿਹੜੇ ਇਲਜ਼ਾਮ ਲੱਗੇ ਚਰਨਜੀਤ ਸਿੰਘ ਚੰਨੀ ਤੇ ਕਿ ਹਣੀ, ਸਨੀ ਤੇ ਮਨੀ ਇਹਨਾਂ ਦਾ ਆਪਸ ਦੇ ਵਿੱਚ ਲਿੰਕ ਹੈ, ਔਰ ਚੰਨੀ ਇਹ ਫਿਰ ਗੁੱਸਾ ਕਰ ਜਾਂਦੇ ਆ ਜੇਕਰ ਉਹਨਾਂ ਨੂੰ ਮਨੀ ਉਹਨਾਂ ਤੱਕ ਨਾ ਪਹੁੰਚੇ। ਹੋਰ ਵੀ ਇਲਜ਼ਾਮ ਲਗਾਏ ਕਿ ਉਸ ਏਰੀਏ ਦੇ ਵਿੱਚ ਜਿਹੜਾ ਕਿ ਇਹਨਾਂ ਦਾ ਆਪਣਾ ਹਲਕਾ ਹੈ, ਉੱਥੇ ਇਹਨਾਂ ਨੇ 3-4 ਬੰਦੇ ਜਿਹੜੇ ਆ ਉਹ ਰੱਖੇ ਹੋਏ ਆ, ਔਰ ਉਹ ਸਾਰਾ ਕੁਝ ਚਲਾ ਰਹੇ ਆ। ਜਿਹੜਾ ਉਸ ਸਟਿੰਗ ਦੇ ਵਿੱਚ ਜਿਨ੍ਹਾਂ ਦੇ ਨਾਮ ਵੀ ਸਾਹਮਣੇ ਆ ਰਹੇ ਆ, ਉਹਨਾਂ ਦੇ ਵਿੱਚੋਂ ਇੱਕ ਇਕਬਾਲ ਸਿੰਘ ਸਰਪੰਚ ਦਾ ਨਾਂ ਦੱਸਿਆ ਜਾ ਰਿਹਾ, ਜੋ ਕਿ ਇਸ ਸਾਰੇ ਰੇਤ ਦੀਆਂ ਜਿਹੜੀਆਂ ਖੱਡਾਂ ਸੀਗੀਆਂ ਉਹਦੀ ਦੇਖ ਰੇਖ ਕਰਦਾ ਸੀਗਾ। ਤੇ ਉਹਨਾਂ ਨੇ ਆਖਿਆ ਕਿ ਇੱਥੋਂ ਬੜੀ ਲੁੱਟ ਹੋਈ ਹੈ। ਇੱਥੇ ਜਿਹੜਾ ਜੰਗਲਾਤ ਦਾ ਏਰੀਆ ਸੀਗਾ ਉਹ ਵੀ ਉਹਨੂੰ ਵੀ ਛਿੱਕੇ ਟੰਗ ਦਿੱਤਾ ਗਿਆ, ਜਿਹੜੇ ਕਾਨੂੰਨ ਸੀਗੇ ਉਹਨਾਂ ਨੂੰ ਵੀ ਛਿੱਕੇ ਟੰਗ ਦਿੱਤਾ ਗਿਆ, ਰੁੱਖ ਪੱਟ ਦਿੱਤੇ ਗਏ, ਤੇ ਨਜਾਇਜ਼ ਮਾਈਨਿੰਗ ਧੜੱਲੇ ਦੇ ਨਾਲ ਇਹਨਾਂ ਵੱਲੋਂ ਕੀਤੀ ਗਈ ਹੈ। ਉਸ ਸਾਰੇ ਮੁੱਦੇ ਨੂੰ ਕਿਸ ਤਰ੍ਹਾਂ ਵੇਖਦੇ ਹੋ? ਚਰਨਜੀਤ ਸਿੰਘ ਚੰਨੀ ਜੇਕਰ ਤੱਥਾਂ ਦੇ ਨਾਲ ਸਾਹਮਣੇ ਨਹੀਂ ਆਉਂਦੇ, ਪ੍ਰੈਸ ਕਾਨਫਰੰਸ ਨਹੀਂ ਰੱਖਦੇ, ਇਹਨਾਂ ਦਾ ਜਵਾਬ ਨਹੀਂ ਦਿੰਦੇ ਗੱਲਾਂ ਦਾ, ਤੇ ਉਹਨਾਂ ਦੇ ਉੱਤੇ ਅਸਰ ਪਊਗਾ ਇਹ ਸਾਰੀ ਚੀਜ਼ ਦਾ? ਦੇਖੋ, ਇਹ ਦੋ ਗੱਲਾਂ ਨੇ। ਇੱਕ ਤਾਂ ਇਹ ਹੈਗਾ ਕਿ ਇਹ ਵੀ ਮਾਈਨਿੰਗ ਜਿਹੜੀ ਨਜਾਇਜ਼ ਹੋ ਰਹੀ ਹੈ ਜਾਂ ਮਾਈਨਿੰਗ ਦੇ ਨਾਂ ਤੇ ਲੁੱਟ ਖਸੁੱਟ ਹੋ ਰਹੀ ਹੈ, ਇਹ ਗੱਲ ਤਾਂ ਸਭ ਨੂੰ ਪਤਾ ਹੈ ਨਾ। ਇਹ ਤਾਂ ਨਵਜੋਤ ਸਿੱਧੂ ਹੀ ਕਹੀ ਜਾਂਦੇ ਨੇ, ਬਿਲਕੁਲ। ਮਜੀਠੀਆ ਨੇ ਤਾਂ ਹੁਣ ਕਹੀ ਹੈ, ਨਵਜੋਤ ਸਿੱਧੂ ਹੀ ਕਹੀ ਜਾਂਦੇ ਨੇ ਵੀ ਉੱਥੋਂ 5.5 ਰੁਪਏ ਤੁਰਦਾ, ਪਰ ਅੱਗੇ ਕਿੰਨੇ ਤਾਂ ਪਹੁੰਚਦਾ। ਨਵਜੋਤ ਸਿੱਧੂ ਕਹੀ ਜਾਂਦੇ 17 ਰੁਪਏ ਤੇ 22 ਰੁਪਏ ਵਿਕ ਰਿਹਾ। ਮਤਲਬ ਤਾਂ ਇੱਕ ਤਾਂ ਨਵਜੋਤ ਸਿੱਧੂ ਨੇ ਕਿ ਵੀ 30 ਤੋਂ ਵੀ ਉੱਤੇ ਵਿਕ ਰਿਹਾ ਜੀ। ਇਹ ਤਾਂ ਉਹਨਾਂ ਦੀ ਪਾਰਟੀ ਦਾ ਪ੍ਰਧਾਨ ਕਹੀ ਜਾਂਦਾ। ਬਿਲਕੁਲ। ਜਿਹੜਾ ਫੈਕਟ ਉਹ ਤਾਂ ਹੈਗਾ ਫੈਕਟ ਕਿ ਉਹ ਸਾਰਾ ਕੁਝ ਰੁਕਿਆ ਨਹੀਂ। ਮਤਲਬ ਜੇ ਚੰਨੀ ਹੋਰਾਂ ਨੇ ਕਹਿਤਾ 5.5 ਉੱਥੋਂ ਤੁਰਦਾ, ਅੱਗੇ ਕਿੱਥੇ ਪਹੁੰਚਦਾ ਲੋਕਾਂ ਦੇ, ਉਹ ਨਹੀਂ ਉਹਨਾਂ ਨੇ ਕਿਹਾ ਵੀ ਠੀਕ ਪਹੁੰਚਦਾ। ਤੇ ਉਹ ਤਾਂ ਇਹ ਗੱਲ ਹੈ। ਦੂਸਰਾ ਜਿਹੜੇ ਉਹਨਾਂ ਨੇ ਐਲੀਗੇਸ਼ਨ ਲਾਏ ਆ, ਉਹਦਾ ਉਹਨਾਂ ਨੇ ਚੰਨੀ ਹੋਰਾਂ ਨੇ ਕੱਲ ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀ, ਉਹਦਾ ਜਵਾਬ ਦਿੱਤਾ ਹੈ ਕਿ ਇੱਕ ਦੋ ਗੱਲਾਂ ਦਾ ਜਵਾਬ ਦਿੱਤਾ ਉਹਨਾਂ ਨੇ। ਇੱਕ ਤਾਂ ਇਹ ਕਿਹਾ ਕਿ ਮੇਰਾ ਸਾਬਤ ਕਰ ਦਿਓ ਮੇਰੀ ਇਨਵੋਲਵਮੈਂਟ ਕਿੱਥੇ ਹੈ ਸਿੱਧੀ। ਦੂਜਾ, ਉਹ ਫੋਟੋਆਂ ਉਹਨਾਂ ਨੇ ਕਾਊਂਟਰ ਰਿਲੀਜ਼ ਕਰਤੀਆਂ ਕਿ ਜੇ ਕਿਸੇ ਦੇ ਫੋਟੋਆਂ ਦੀ ਗੱਲ ਹੈ, ਫੋਟੋਆਂ ਦਾ ਮੇਰਾ ਰਿਸ਼ਤੇਦਾਰ ਸੀ, ਉਹ ਮੈਂ ਕਿਵੇਂ, ਤੇ ਜੇ ਫੋਟੋਆਂ ਦੀ ਗੱਲ ਹੈ ਤਾਂ ਫੋਟੋਆਂ ਉਹਨਾਂ ਨੇ ਮਜੀਠੀਆ ਉਹਨਾਂ ਦੀ ਜਾਰੀ ਕਰਤੀਆਂ, ਜਿਹੜੇ ਬੰਦੇ ਡਰੱਗ ਦੇ ਵਿੱਚ ਫੜੇ ਗਏ ਆ, ਕਿ ਉਹਦੇ ਵੱਲ ਤੁਹਾਡਾ ਕੀ ਸੰਬੰਧ ਸੀ ਉਹਨਾਂ ਨਾਲ। ਸੋ ਜਿਹੜੀਆਂ ਕਿ ਪਹਿਲਾਂ ਵੀ ਉਹਨਾਂ ਨੇ ਕਰਦੇ ਰਹੇ ਆ ਕਾਂਗਰਸੀ। ਸੋ ਉਹ ਇੱਕ ਦੂਜੇ ਦੇ ਦੋਸ਼ ਤਾਂ ਲੱਗਦੇ ਹੀ ਲੱਗਦੇ ਆ। ਪਰ ਇੱਕ ਗੱਲ ਦਾ ਜਵਾਬ ਤਾਂ ਫਿਰ ਵੀ ਜਿਹੜੀ ਸਰਕਾਰ ਜਾਂ ਸੱਤਾਧਾਰੀ ਧਿਰ ਨੂੰ ਜਾਂ ਚੰਨੀ ਹੋਰਾਂ ਨੂੰ ਜਿਹੜਾ ਸਵਾਲ ਦਾ ਜਵਾਬ ਇਹਨਾਂ ਕੋਲੇ ਨਹੀਂ ਹੈਗਾ ਜਾਂ ਮੰਗਿਆ ਜਾ ਰਿਹਾ, ਉਹ ਹੈਗਾ ਵੀ ਪੈਸਾ ਕਿੱਥੋਂ ਆਇਆ ਇਹਨਾਂ ਕੋਲ ਜਿਹੜਾ ਫੜਿਆ ਗਿਆ ਜੀ। ਤੇ ਫੜਿਆ ਵੀ ਨਜ਼ਦੀਕੀ ਕੋਲੋਂ ਗਿਆ। ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਜਿਹੜੀ ਉਹਨਾਂ ਨੇ ਜਾਰੀ ਕੀਤੀ, ਉਹਦਾ ਕਹਿਣ ਦਾ ਮਤਲਬ ਸੀ ਵੀ ਜਿਹਦੇ ਕੋਲ ਪੈਸਾ ਫੜਿਆ ਗਿਆ, ਜੇ ਚੰਨੀ ਹੋਰੀ ਕਹਿ ਰਹੇ ਮੇਰਾ ਕੋਈ ਸੰਬੰਧ ਨਹੀਂ, ਪਰ ਉਹਦਾ ਤਾਂ ਬਹੁਤ ਗੂੜਾ ਤੇ ਨੇੜਲਾ ਸੰਬੰਧ। ਬਿਲਕੁਲ, ਇਹ ਉਹਨਾਂ ਦਾ ਕਹਿਣਾ ਸੀ। ਤੇ ਇਸ ਗੱਲ ਦਾ ਤਾਂ ਸਵਾਲ ਅਜੇ ਵੀ ਖੜਾ ਹੈਗਾ ਵੀ ਉਹ ਇੰਨਾ ਪੈਸਾ, ਇੰਨਾ ਕੈਸ਼ ਉਸ ਵਕਤ ਜਦੋਂ ਕਿ ਚੋਣਾਂ ਹੋ ਰਹੀਆਂ ਨੇ, ਉਹ ਕਿੱਥੋਂ ਆਇਆ, ਕਿਸ ਦੀ ਕਮਾਈ ਸੀ, ਕਾਹਦੀ ਕਮਾਈ ਸੀ। ਬਿਲਕੁਲ, ਇਹ ਗੱਲ ਅਜੇ ਜਿਹੜੀ ਮਜੀਠੀਆ ਹੋਰਾਂ ਨੇ ਕਹੀ, ਉਹ ਉਸ ਇੱਕ ਸਵਾਲ ਮਤਲਬ ਲੋਕਾਂ ਦੇ ਮਨ 'ਚ ਵੀ ਹੈਗਾ ਵੀ ਜੇ ਈਡੀ ਨੇ ਉਹ ਪੈਸਾ ਫੜਿਆ ਤੇ ਈਡੀ ਨੇ ਫਿਰ ਛੱਡ ਕੇ ਉਹ ਦਿੱਤੇ, ਤੇ ਈਡੀ ਨੇ ਅੱਗੇ ਪੁੱਛਗਿੱਛ ਕਰਕੇ ਉਹ ਕਿਸ ਦਾ ਪੈਸਾ ਸੀ, ਕਿੱਥੋਂ ਆਇਆ ਸੀ, ਕੀ ਇਨਵੈਸਟੀਗੇਸ਼ਨ ਪੂਰੀ ਕਰ ਲਈ ਉਹਨਾਂ ਨੇ ਅਜੇ, ਤੇ ਕੀ ਉਹਨਾਂ ਨੇ ਪਤਾ ਲਾ ਲਿਆ ਵੀ ਕਿਹਦਾ ਪੈਸਾ ਸੀਗਾ, ਕਿੱਥੋਂ ਆਇਆ ਸੀ ਜੀ, ਤੇ ਉਹ ਫਿਰ ਪੈਸੇ ਦਾ ਸਾਧਨ ਕੀ ਸੀ, ਤੇ ਉਹਦਾ ਫਿਰ ਅੱਗੇ ਉਹਦਾ ਕੀ ਕਰਨਾ ਹੈ।
ਕਿ ਈਡੀ ਕੋਈ ਵੱਖਰੀ FIR ਦਰਜ ਕਰੇਗਾ, ਰਜਿਸਟਰ ਕਰੇ, ਕੇਸ ਕਿਸ ਤਰ੍ਹਾਂ ਚਲਾਏਗਾ, ਅਜੇ ਤੱਕ ਇਹ ਸਵਾਲ ਵੀ ਖੜੇ ਨੇ। ਹੁਣ ਇਸ ਗੱਲ ਦਾ ਈਡੀ ਕਿਵੇਂ ਆਪਰੇਟ ਕਰਦਾ, ਅੱਗੇ ਪ੍ਰੋਸੀਡ ਕਰਦਾ ਹੈ, ਉਸ ਗੱਲ ਤੋਂ ਸਾਹਮਣੇ ਆਈ ਗੱਲ। ਅਜੇ ਤੱਕ ਈਡੀ ਵੀ ਚੁੱਪ ਹੈ। ਉਹਨਾਂ ਨੇ ਇਹ ਕਹਿੰਦਾ ਇੰਨਾ ਪੈਸਾ ਫੜਿਆਗਾ, ਪਰ ਇਹ ਜਦੋਂ ਉਹਨਾਂ ਨੂੰ ਰੱਖਿਆ, ਉਹਨਾਂ ਨੇ 10-12 ਘੰਟੇ ਰਾਤ ਰੱਖਿਆ, ਪੁੱਛਗਿੱਛ ਕੀਤੀ, ਤਾਂ ਕਿੱਥੋਂ ਆਇਆ ਪੈਸਾ, ਕਿਵੇਂ ਆਇਆ, ਕਿੱਥੇ ਜਾਣਾ ਸੀ, ਕਿੱਥੇ ਖਰਚਾ ਜਾਣਾ ਸੀ, ਕਿਹਦਾ ਕਿਹਦਾ ਸ਼ੇਅਰ ਹੈ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਤਾਂ ਇਹ ਐਲੀਗੇਸ਼ਨ ਲਾਇਆ ਕਿ ਉਹਨਾਂ ਦੀ ਉਹ ਕੋਸ਼ਿਸ਼ ਸੀ ਕਿ ਇਹ ਸਾਬਤ ਕੀਤਾ ਜਾਵੇ ਕਿ ਮੇਰੇ ਨਾਲ ਜੋੜਿਆ ਜਾਵੇ, ਪਰ ਉਹ ਜੋੜ ਨਹੀਂ ਸਕੇ ਜੀ। ਇਸ ਕਰਕੇ ਉਹਨਾਂ ਨੂੰ ਉਹ ਜਿਹੜਾ ਉਹ ਛੱਡਣਾ ਪੈ ਗਿਆ। ਮਤਲਬ ਉਹਨਾਂ ਦਾ ਕਲੇਮ ਇਹ ਹੈ ਕਿ ਮੇਰੇ ਨਾਲ ਕੋਈ ਸੰਬੰਧ ਨਹੀਂ ਹੁੰਦਾ ਪੈਸੇ ਦਾ, ਪਰ ਉਹ ਸਵਾਲ ਤਾਂ ਅਜੇ ਵੀ ਖੜਾ ਹੈ, ਕਿੱਥੋਂ ਆਇਆ ਸੀ, ਕਿਹਦਾ ਸੀਗਾ, ਬਿਲਕੁਲ, ਤੇ ਉਹ ਕਾਹਦੇ ਵਾਸਤੇ ਰੱਖਿਆ ਸੀ, ਕਿੱਥੇ ਖਰਚਾ ਜਾਣਾ ਸੀ ਜੀ। ਨਾਲੇ ਇੱਕ ਚੀਜ਼ ਹੋਰ ਵੀ ਹੈ ਨਾ ਜੀ, ਜੇਕਰ ਪੈਸਾ ਫੜਿਆ ਗਿਆ ਇੰਨਾ ਤੇ ਤੁਸੀਂ ਕਹਿੰਦੇ ਹੋ ਕਿ ਹਾਂ ਮੇਰਾ ਰਿਸ਼ਤੇਦਾਰ ਹੈ, ਪਰ ਇਹਦਾ ਮੇਰੇ ਨਾਲ ਥੋੜੀ ਕੋਈ ਸੰਬੰਧ ਹੈ ਜੀ, ਉਹਦੇ ਕੋਲ ਪੈਸੇ ਫੜੇ ਗਏ ਹੈ ਜਿਵੇਂ ਵੀ ਹੈ, ਤੇ ਜੇ ਉਹਦੇ ਕੋਲ ਪੈਸਾ ਫੜਿਆ ਗਿਆ, ਤੁਸੀਂ ਹੁਣ ਪੰਜਾਬ ਦੇ ਮੁੱਖ ਮੰਤਰੀ ਹੋ, ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੋ ਵੀ ਗਲਤ ਹੋ ਰਿਹਾ ਹੈ ਸੂਬੇ ਦੇ ਵਿੱਚ ਉਹਦੀ ਨਿਗਰਾਨੀ ਰੱਖਣੀ। ਉਹਨੂੰ ਪਤਾ ਹੁੰਦਾ ਕਿ ਭਾਈ ਇੱਥੇ ਆਹ ਚੀਜ਼ਾਂ ਹੋ ਰਹੀਆਂ, ਜਾਂ ਆਹ ਬੰਦਾ ਫਲਾਣੇ ਗਲਤ ਕੰਮ ਦੇ ਵਿੱਚ ਲਿਪਤ ਹੈ, ਤੇ ਤੁਹਾਨੂੰ ਤੁਹਾਡੇ ਰਿਸ਼ਤੇਦਾਰ ਦਾ ਹੀ ਫਿਰ ਇਹਦਾ ਮਤਲਬ ਨਹੀਂ ਪਤਾ ਸੀਗਾ ਕਿ ਉਹ ਇਸ ਤਰ੍ਹਾਂ ਦੇ ਕੋਈ ਕੰਮ ਕਰ ਰਿਹਾ ਕਿ ਇੰਨਾ ਪੈਸਾ ਜਿਹੜਾ ਉਹ ਇਕੱਠਾ ਕਰੀ ਬੈਠਾ ਹੈ। ਤਾਂ ਫਿਰ ਇਹ ਸਵਾਲ ਤਾਂ ਤੁਹਾਡੇ ਤੇ ਬਣਦੀ ਹੈ ਨਾ। ਚਲੋ ਐਜ਼ ਏ ਰਿਸ਼ਤੇਦਾਰ ਨਾ ਮੰਨੋ, ਤੇ ਐਜ਼ ਏ ਮੁੱਖ ਮੰਤਰੀ ਤਾਂ ਇਹ ਤੁਹਾਨੂੰ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਇਹਦੇ ਨਾਲ ਇੱਕ ਹੋਰ ਚੀਜ਼ ਹੈ ਕਿ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਕਸ਼ਮਕਸ਼ ਇਹ ਚੱਲ ਰਹੀ ਹੈ ਕਿ CM ਦਾ ਚਿਹਰਾ ਜਿਹੜਾ ਉਹ ਕੌਣ ਹੋਊਗਾ। ਨਵਜੋਤ ਸਿੰਘ ਸਿੱਧੂ ਕਈ ਵਾਰ ਆਪਣੇ ਵੱਲ ਇਸ਼ਾਰਾ ਕਰ ਜਾਂਦੇ ਆ ਗੱਲਾਂ ਦੇ ਵਿੱਚ, ਨਾਲੇ ਕਹਿੰਦੇ ਆ ਲੋਕ ਤੈਅ ਕਰਨਗੇ, ਪਰ ਉਹ ਅੰਦਰੋਂ ਚਾਹੁੰਦੇ ਆ ਕਿ ਮੈਨੂੰ CM ਦਾ ਚਿਹਰਾ ਐਲਾਨਿਆ ਜਾਵੇ। ਜੋ ਚੀਜ਼ਾਂ ਮੈਂ ਚਾਹਣਾ, ਪੰਜਾਬ ਮਾਡਲ ਜਿਹੜਾ ਚਾਹਣਾ, ਉਹ ਤਾਂ ਹੀ ਲਾਗੂ ਕਰਾ ਸਕਾਂਗਾ ਜੇ ਸਰਕਾਰ ਬਣ ਗਈ, ਤਾਂ ਜੇ ਮੈਂ CM ਦਾ ਚਿਹਰਾ ਹੋਇਆ। ਨਹੀਂ ਤਾਂ ਫਿਰ ਅੱਗੇ ਤਰ੍ਹਾਂ ਜਿਸ ਤਰ੍ਹਾਂ ਲਾਂਭੇ ਦਿੰਦੇ ਰਹਿੰਦੇ ਆ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਲਾਂਭੇ ਦਿੰਦੇ ਰਹੇ, ਹੁਣ ਵੀ ਦੇਈ ਜਾਂਦੇ ਆ, ਫਿਰ ਉਸੇ ਤਰ੍ਹਾਂ ਹੀ ਉਹਨਾਂ ਦੀਆਂ ਤਾਂ ਗੱਲਾਂ ਹੀ ਮੈਨੂੰ ਲੱਗਦਾ ਰਹਿ ਜਾਣਗੀਆਂ, ਦਿਲ ਦੇ ਵਿੱਚ ਦਿਲ ਦੀ ਗੱਲ ਰਹਿ ਜਾਣੀ ਹੈ। ਤਾਂ ਲੱਗਦਾ ਕਿ ਆਹ ਜਿਹੜੀ ਚੀਜ਼ਾਂ ਹੋ ਰਹੀਆਂ ਉਹਦੇ ਨਾਲ ਚਰਨਜੀਤ ਸਿੰਘ ਚੰਨੀ ਦੇ ਅਕਸ ਤੇ ਫਰਕ ਪੈਣਾ, ਤੇ ਨਵਜੋਤ ਸਿੰਘ ਸਿੱਧੂ ਦਾ ਕੱਦ ਜਿਹੜਾ ਇਹਨਾਂ ਚੀਜ਼ਾਂ ਦੇ ਨਾਲ ਵਧੇਗਾ ਐਜ਼ ਏ CM ਚਿਹਰਾ। ਦੇਖੋ ਇਹ ਨਾ ਇਸ ਘਟਨਾਕ੍ਰਮ ਦੇ ਸਿੱਟੇ ਵਜੋਂ ਡਿਫੈਂਸਿਵ ਤੇ ਤਾਂ ਆਈ ਗਏ ਚੰਨੀ ਸਰਕਾਰ ਤੇ ਚੰਨੀ ਤੇ ਕਾਂਗਰਸ ਵੀ ਜੀ। ਬੇਸ਼ੱਕ ਉਹ ਜਿੰਨਾ ਮਰਜ਼ੀ ਕਹੀ ਜਾਣ ਕਿ ਕੋਈ ਗੱਲ ਨਹੀਂ ਇਹੋ ਜਿਹੀ ਨਹੀਂ, ਵੀ ਉਹ ਪੋਲੀਟੀਕਲ ਹੈਗਾ, BJP ਯੂਜ਼ ਕਰਦੀ ਹੈ। ਉਹ ਤਾਂ ਦੇਖੋ ਪੋਲਿਟਿਕਸ 'ਚ ਕੋਈ ਕਿਸੇ ਨੂੰ ਬਖਸ਼ਦਾ ਨਹੀਂ ਹੈ, ਬਿਲਕੁਲ ਨਾ ਕਾਂਗਰਸ ਕਿਸੇ ਨੂੰ ਆਪਣੇ ਵਿਰੋਧੀਆਂ ਨੂੰ ਬਖਸ਼ਦੀ ਹੈ, ਨਾ ਰੂਲਿੰਗ ਪਾਰਟੀ ਬਖਸ਼ਦੀ ਹੈ, ਤੇ ਨਾ ਉਹਨਾਂ ਦੇ ਵਿਰੋਧੀ ਇਹਨਾਂ ਨੂੰ ਬਖਸ਼ਦੇ ਆ। ਭਾਈਦਿਆਂ ਨੂੰ ਬਾਹਰ ਇੱਕੋ ਜਿਹੇ ਹੈ, ਬਿਲਕੁਲ ਨਾ, ਕੋਈ ਕਿਸੇ ਨੂੰ ਬਖਸ਼ਦਾ ਨਹੀਂ ਹੈ। ਇਸ ਕਰਕੇ ਇਹ ਐਕਸਪੈਕਟ ਕਰਨਾ ਕਿ ਕੋਈ ਦੂਜੀ ਪਾਰਟੀ ਉਹ ਘਟੀਆ ਹੱਥਕੰਡਾ ਨਹੀਂ ਵਰਤੇਗੀ, ਤੇ ਜਾਂ ਉਹ ਤਾਂ ਕਿਸੇ ਤੋਂ ਉਮੀਦ ਨਹੀਂ ਹੈ। ਜਿਹੋ ਜਿਹੀ ਪੋਲਿਟਿਕਸ ਹੋ ਚੁੱਕੀ ਹੈ, ਪੋਲਿਟਿਕਸ ਦੇ ਵਿੱਚ ਕੋਈ ਵੈਲਿਊ, ਸਦਾਚਾਰ, ਆਈਡੀਆਲੋਜੀ ਉਹਦਾ ਹੁਣ ਬਹੁਤਾ ਰਿਹਾ ਨਹੀਂ, ਠੀਕ ਹੈ ਨਾ। ਸੋ ਇਹ ਤਾਂ ਡਿਫੈਂਸਿਵ ਤੇ ਤਾਂ ਆਈ ਗਏ ਨੇ। ਉਹਦੇ ਨਾਲ ਚਰਨਜੀਤ ਸਿੰਘ ਚੰਨੀ ਦੇ ਅਕਸ ਨੂੰ ਨੁਕਸਾਨ ਤਾਂ ਹੋਇਆ ਹੀ ਹੋਇਆ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਤੇ ਪਰ ਇਹ ਹੈਗਾ ਕਿ ਇਹਦੇ ਨਾਲ ਹੀ ਇਹ ਹੈ ਵੀ ਉਹਨਾਂ ਨੂੰ ਸਪੋਰਟ ਵੀ ਮਿਲ ਗਈ, ਪੋਲੀਟੀਕਲੀ ਉਹ ਸੈਂਟਰ ਸਟੇਜ ਤੇ ਆ ਗਏ। ਚਰਚਾ ਹੀ ਚੰਨੀ ਦੀ ਹੋ ਰਹੀ ਹੈ ਇਹਨਾਂ ਦਿਨਾਂ 'ਚ। ਤੇ ਦੂਸਰਾ ਵੀ 4 ਮਿਨਿਸਟਰਾਂ ਨੇ ਤਾਂ ਉਹਦੀ ਇਹ ਸਪੋਰਟ ਕਰਤੀ ਹੈ ਤੇ ਡਿਮਾਂਡ ਕਰਤੀ ਕਿ ਇਹਨੂੰ CM ਬਣਾਇਆ ਜਾਵੇ, CM ਦਾ ਚਿਹਰਾ ਲਾਣਿਆ ਜਾਵੇ। ਸੋ ਦੋਨੇ ਗੱਲਾਂ ਹੀ ਆ। ਉਸ ਬਹਾਨੇ ਕਿ ਚੰਨੀ ਨੂੰ ਬਚਾਉਣਾ ਹੈ, ਤੇ ਉਹ ਜਿਹੜੇ ਉਹਦੇ ਮਿਨਿਸਟਰ ਸਾਥੀ ਸੀਗੇ, ਉਹਨਾਂ ਨੇ ਨਵਜੋਤ ਆਪਣੇ ਦੋ ਪਰਪਸ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਤਾਂ ਚੰਨੀ ਨੂੰ ਡਿਫੈਂਡ ਕਰੋ, ਦੂਸਰਾ ਉਹਨਾਂ ਨੇ ਨਾਲ ਇਹ ਵੀ ਉਹਨਾਂ ਦਾ ਟਾਰਗੇਟ ਸੀ ਵੀ ਅਸੀਂ ਤਾਂ ਖੜੇ ਆ ਚੰਨੀ ਦੇ ਨਾਲ, ਸਿੱਧੂ ਨਾਲ ਨਹੀਂ ਹੈਗੇ ਅਸੀਂ। ਇਹ ਵੀ ਉਹਨਾਂ ਨੇ ਕੋਸ਼ਿਸ਼ ਕੀਤੀ। ਤੇ ਹਾਈ ਕਮਾਂਡ ਕਿਤੇ ਨਾ ਕਿਤੇ ਐਪਰੀਹੈਂਸ਼ਨ ਜਿਹੜੀ ਹੈ, ਜਿਹੜਾ ਚੰਨੀ ਦੇ ਨਾਲ ਖੜੇ ਮਿਨਿਸਟਰ ਨੇ, ਜਾਂ ਓਲਡ ਕੈਪਟਨ ਧੜਾ ਹੈਗਾ, ਜਾਂ ਜਿਹੜੇ ਨਵਜੋਤ ਸਿੱਧੂ ਦੇ ਨਾਲ ਨਹੀਂ ਜਿਨ੍ਹਾਂ ਦੀ ਸੁਰ ਰਲਦੀ, ਉਹਨਾਂ ਨੂੰ ਇਹ ਖਦਸ਼ਾ ਹੈਗਾ ਕਿ ਅਖੀਰ ਤੇ ਆ ਕੇ ਕਿਤੇ ਹਾਈ ਕਮਾਂਡ ਜਿਹੜੀ ਹੈ, ਕਿਉਂਕਿ ਹਾਈ ਕਮਾਂਡ ਦੇ ਵਿੱਚੋਂ ਇਹ ਮੰਨਿਆ ਜਾਂਦਾ ਹੈ ਪ੍ਰਿਯੰਕਾ ਉਹਦੀ ਬਹੁਤ ਸਪੋਰਟ ਕਰ ਰਹੀ ਹੈ, ਰਾਹੁਲ ਵੀ ਕਰ ਰਿਹਾ ਹੈ, ਕਿਤੇ ਅਖੀਰਲੇ ਦਿਨ ਜਾ ਕੇ ਫਿਰ CM ਚਿਹਰਾ ਨਾ ਐਲਾਨ ਕਰ ਦੇਣ ਕਿਤੇ,
ਜੀ ਸੋ ਇਹ ਐਪਰੀਹੈਂਸ਼ਨ ਉਹਨਾਂ ਦੇ ਹੈਗੀ, ਕਿਉਂਕਿ ਨਵਜੋਤ ਸਿੱਧੂ ਬਹੁਤ ਪ੍ਰੈਸ਼ਰਾਈਜ਼ ਕਰ ਰਹੇ, ਬਹੁਤ ਜ਼ੋਰ ਪਾ ਰਹੇ ਆ। ਉਹ ਕਹਿ ਰਹੇ ਨੇ ਮੈਂ ਕੀ ਸ਼ੋਪੀਸ ਨਹੀਂ ਬਣਨਾ, ਸਿਰਫ ਮੈਂ ਤਾਂ ਮੇਰੇ ਕੋਲ ਕੰਪੇਨ ਕਰਾ ਕੇ ਹਰ ਵੇਲੇ ਤੇ ਮੁੜ ਕੇ ਮੈਨੂੰ ਕਹਿੰਦੇ ਤੂੰ ਜਾ। ਹਾਂ, ਸਿੱਧੀਆਂ ਧਮਕੀਆਂ ਦੇ ਰਿਹਾ ਵੀ ਮੈਂ ਬਾਗੀ ਵੀ ਹੋ ਸਕਦਾ। ਹਾਂ, ਤੇ ਉਹ ਇਸ ਕਰਕੇ ਉਹਨਾਂ ਨੂੰ ਇਹ ਲੱਗਦਾ ਕਿ ਅਖੀਰ ਤੇ ਆ ਕੇ ਨਵਜੋਤ ਸਿੱਧੂ ਪ੍ਰੈਸ਼ਰਾਈਜ਼ ਪਾ ਕੇ ਵੇ ਪਹਿਲਾਂ ਜਿਵੇਂ ਪ੍ਰਧਾਨ ਬਣ ਗਏ ਉਹ, ਤੇ ਸਰ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਚ ਵੀ ਇੱਕ ਪੂਰਾ ਉਹ ਮੋਰੀ ਰੋਲ ਅਦਾ ਕੀਤਾ ਉਹਨਾਂ ਨੇ ਜੀ, ਵੀ ਜਿਸ ਤਰ੍ਹਾਂ ਉਹ ਬਿਹੇਵ ਕਰ ਰਹੇ, ਜਿਸ ਤਰ੍ਹਾਂ ਮਨਮਰਜ਼ੀ ਜੋ ਕੁਝ ਮਰਜ਼ੀ ਬੋਲਦਾ ਹੁੰਦਾ। ਇੱਕ ਦਿਨ ਇਹ ਵੀ ਕਹਿਤਾ ਸੀ ਵੀ ਹਾਈ ਕਮਾਂਡ ਕੌਣ ਹੁੰਦੀ ਹੈ ਸੀਐਮ ਬਣਾਉਣ ਵਾਲੀ, ਇਹ ਵੀ ਕਹਿਤਾ ਸੀ ਲੋਕਾਂ ਨੇ ਬਣਾਉਣਾ। ਉਹਨਾਂ ਨੂੰ ਇਹ ਲੱਗਦਾ ਕਿ ਤੇ ਇਹ ਅਖੀਰਲੇ ਹਫ਼ਤੇ ਜਿਵੇਂ ਪਿਛਲੇ ਇੱਕ ਵਾਰੀ ਕੀਤਾ ਸੀ, ਆਖਰੀ ਹਫ਼ਤੇ 'ਚ ਰਾਹੁਲ ਗਾਂਧੀ ਆ ਕੇ ਸਟੇਜ ਤੋਂ ਕਹਿ ਗਏ ਸੀ ਇਹ ਕੈਪਟਨ ਅਮਰਿੰਦਰ ਸਿੰਘ ਹੋਣਗੇ ਮੁੱਖ ਮੰਤਰੀ ਅਗਲੇ। ਸੋ ਏਦਾਂ ਵੀ ਕਹਾ ਸਕਦੇ ਆ ਉਹ। ਸੋ ਇਸ ਕਰਕੇ ਉਹ ਅੱਗਾ ਵੱਲਣ ਦੀ ਕੋਸ਼ਿਸ਼ ਵੀ ਕਰ ਰਹੇ ਆ ਜਿਹੜੇ ਵਿਰੋਧੀ ਹੈਗੇ, ਭਾਵੇਂ ਉਹ ਬਿੱਟੂ ਹੋਵੇ ਜਾਂ ਦੂਸਰੇ 4 ਮਿਨਿਸਟਰ ਨੇ ਬਿਆਨ ਦੇ ਚੰਨੀ ਨੂੰ ਡਿਫੈਂਡ ਕਰ ਰਹੇ, ਚੰਨੀ ਕਰ ਰਿਹਾ ਉਹ। ਬਿਲਕੁਲ। ਸੋ ਇਹ ਹੈਗੀ ਆ, ਪਰ ਇਸ ਟਸਲ 'ਚ ਕਾਂਗਰਸ ਦੀ ਜਿਹੜੀ ਖਿੱਚਤੂ ਹੈ ਉਹ ਟਿਕਟਾਂ ਵੇਲੇ ਵੀ ਦਿਸ ਰਹੀ ਹੈ। ਹੁਣ ਜਿਹੜੇ 31 ਟਿਕਟਾਂ ਬਾਕੀ ਰਹਿੰਦੀਆਂ ਨੇ ਉਹਨਾਂ ਤੇ ਰੌਲਾ ਪੈ ਰਿਹਾ ਜੇ, ਤੇ ਉਹ ਇਹੀ ਹੈ ਮਤਲਬ ਇੱਥੋਂ ਤੱਕ ਉਹਨਾਂ ਦੀ ਮੀਟਿੰਗਾਂ 'ਚ ਤੂੰ ਮੈਂ ਵੀ ਹੋਈ ਆ, ਟਿਕਟਾਂ ਦੀ ਕਟਾਈ ਵੀ ਹੋਦੀ ਆ। ਚੰਨੀ ਦੇ ਜਿਹੜੇ ਮਤਲਬ ਮਹਿੰਦਰ ਸਿੰਘ ਕੇਪੀ ਉਹਦੇ ਰਿਸ਼ਤੇਦਾਰ ਨੇ ਚੰਨੀ ਦੇ, ਉਹਨਾਂ ਨੂੰ ਟਿਕਟ ਨਹੀਂ ਦਿੱਤੀ, ਹਾਲਾਂਕਿ ਉਹਨਾਂ ਦਾ ਹਲਕਾ ਸੀ, ਉਹਨਾਂ ਦਾ ਸੀਨੀਅਰ ਨੇ, ਉਹ ਨਾਨ ਕੰਟਰੋਵਰਸ਼ੀਅਲ ਨਹੀਂ, ਤੇ ਉਹ ਬੀਐਸਪੀ ਚੋਂ ਲਿਆ ਕੇ ਇੱਕ ਨਵੇਂ ਬੰਦੇ ਨੂੰ ਟਿਕਟ ਦੇ ਦਿੱਤੀ ਜੀ। ਸੋ ਇਹ ਜਿਹੜੀ ਇਹਨਾਂ ਦੀ ਟਸਲ ਹੈ, ਇਸ ਦਾ ਕਾਂਗਰਸ ਨੂੰ ਨੁਕਸਾਨ ਤਾਂ ਹੋ ਹੀ ਰਿਹਾ ਨਾ। ਇੱਕ ਚੀਜ਼ ਹੋਰ ਆ, ਦੇਖੋ ਹੁਣ ਆਪਾਂ ਈਡੀ ਦੀ ਜੇਕਰ ਗੱਲ ਕਰੀਏ ਤਾਂ ਈਡੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰ, ਉੱਥੋਂ ਪੈਸੇ ਵੀ ਬਰਾਮਦ ਹੋ ਗਏ। ਹਾਲਾਂਕਿ ਚਲੋ ਇਹ ਮੀਡੀਆ ਦੇ ਵਿੱਚ ਰਿਪੋਰਟਾਂ ਨੇ, ਪਰ ਈਡੀ ਦੇ ਵੱਲੋਂ ਇਸ 'ਤੇ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ ਗਿਆ। ਪਰ ਆਮ ਆਦਮੀ ਪਾਰਟੀ ਜ਼ਰੂਰ ਕਾਂਗਰਸ ਦੇ ਵਿਰੁੱਧ ਆ ਖੜੀ ਹੋਈ। ਉਹਨਾਂ ਨੇ ਆਖਿਆ ਕਿ ਇਹ ਦੇਖੋ ਕਿਸ ਤਰ੍ਹਾਂ ਦੇ ਮੁੱਖ ਮੰਤਰੀ ਹੈ, ਇਹ ਕਹਿੰਦੇ ਕਿ ਮੈਂ ਤਾਂ ਗਰੀਬ ਹਾਂ, ਮੈਂ ਤਾਂ ਦਲਿਤ ਹਾਂ, ਤੇ ਫਿਰ ਗਰੀਬ ਮੁੱਖ ਮੰਤਰੀ ਦੇ ਕੋਲੇ, ਉਹਦੇ ਰਿਸ਼ਤੇਦਾਰ ਦੇ ਕੋਲੇ ਇੰਨਾ ਪੈਸਾ ਜਿਹੜਾ ਉਹ ਕਿੱਥੋਂ ਆ ਗਿਆ? ਇੰਨਾ ਸਰਮਾਇਆ ਤਾਂ ਇਹਨਾਂ ਕੋਲੇ ਹੈ ਨਹੀਂ, ਇੰਨੇ ਸੋਰਸ ਤਾਂ ਹੈ ਨਹੀਂ, ਪੈਸਾ ਕਿੱਥੋਂ ਇਹਨਾਂ ਨੇ ਬਣਾ ਲਿਆ ਇੰਨਾ? ਦੇਖੋ ਇਹ ਕਰਪਟ ਨੇ, ਚੋਰ ਨੇ, ਤਾਂ ਕਰਕੇ ਇਸ ਤਰ੍ਹਾਂ ਰੌਲਾ ਪਾ ਰਹੇ ਆ, ਡਿਫੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਅੱਜ ਅਰਵਿੰਦ ਕੇਜਰੀਵਾਲ ਹੋਣਾ ਨੇ ਇੱਕ ਬਿਆਨ ਦਿੱਤਾ, ਉਹ ਕਹਿੰਦੇ ਕਿ ਸਾਨੂੰ ਸੂਤਰਾਂ ਤੋਂ ਇਹ ਖਬਰਾਂ ਆ ਰਹੀਆਂ ਨੇ ਕਿ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਸਕਦੀ ਹੈ, ਔਰ ਜਿਹੜੇ ਉਹਨਾਂ ਦੇ ਸਿਹਤ ਮੰਤਰੀ ਹੈ ਸਤਿੰਦਰ ਜੈਨ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਔਰ ਕਿਉਂਕਿ ਪੰਜਾਬ ਦੇ ਇਲੈਕਸ਼ਨ ਨੇ ਜਾਂ ਹੋਰ ਥਾਵਾਂ 'ਤੇ ਇਲੈਕਸ਼ਨ ਆਮ ਆਦਮੀ ਪਾਰਟੀ ਲੜ ਰਹੀ ਹੈ, ਤਾਂ ਉਸ ਚੀਜ਼ ਨੂੰ ਡਿਫੇਮ ਕਰਨ ਲਈ, ਆਮ ਆਦਮੀ ਪਾਰਟੀ ਦਾ ਨਾਂ ਖਰਾਬ ਕਰਨ ਲਈ ਇਹ ਈਡੀ ਅਜਿਹਾ ਕੁਝ ਕਰ ਸਕਦੀ ਹੈ। ਪਰ ਉਹ ਕਹਿੰਦੇ ਕਿ ਅਸੀਂ ਚੰਨੀ ਵਰਗੇ ਨਹੀਂ, ਅਸੀਂ ਰੋਣਾ ਨਹੀਂ ਹੈ, ਅਸੀਂ ਮੁਕਾਬਲਾ ਕਰਨ ਲਈ ਤਿਆਰ ਹਾਂ, ਉਹ ਆ ਸਕਦੇ ਹੈ। ਹੁਣ ਇਹਨੂੰ ਕਿਸ ਤਰ੍ਹਾਂ ਵੇਖਿਆ ਜਾਏ, ਕਿਉਂਕਿ ਜਦੋਂ ਕਾਂਗਰਸ 'ਤੇ ਰੇਡ ਹੋਈ ਤੇ ਉਹਨਾਂ ਨੇ ਬਿਆਨ ਦਿੱਤਾ ਕਿ ਠੀਕ ਹੋਇਆ ਜੋ ਕੁਝ ਵੀ ਹੋਇਆ, ਪਰ ਹੁਣ ਉਹ ਕਹਿੰਦੇ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਕਿ ਸਾਡੇ 'ਤੇ ਰੇਡ ਹੋਣੀ ਹੈ, ਤੇ ਇਹ ਭਾਜਪਾ ਜਾਣਬੁੱਝ ਕੇ ਅਜਿਹਾ ਕੁਝ ਕਰ ਰਹੀ ਹੈ। ਇਹਨਾਂ ਨੇ ਪਹਿਲਾਂ ਵੀ ਕੀਤੀਆਂ ਸੀ ਰੇਡਾਂ, ਤੇ ਹੁਣ ਫਿਰ ਇਹ ਸਾਡੇ ਸਿਹਤ ਮੰਤਰੀ 'ਤੇ ਰੇਡ ਕਰਨ ਜਾ ਰਹੇ ਆ। ਉਹ ਕਹਿੰਦੇ ਈਡੀ ਛੱਡੋ, ਹੋਰ ਜਿੰਨੀਆਂ ਮਰਜ਼ੀ ਏਜੰਸੀਆਂ ਲੈ ਆਓ, ਅਸੀਂ ਤਿਆਰ ਬੈਠੇ ਹਾਂ। ਦੇਖੋ ਕੋਈ ਨਾ ਕੋਈ ਐਕਸਰਸਾਈਜ਼ ਕਰ ਰਹੇ ਹੋਣੇ ਆ, ਪੁੱਛਗਿੱਛ ਕਰ ਰਹੇ ਹੋਣ, ਡਾਟਾ ਇਕੱਠਾ ਕਰ ਰਹੇ ਹੋਣਾ, ਉਹਦਾ ਪਹਿਲਾਂ ਵੀ ਕਰਦੇ ਰਹੇ ਹੈ, ਤੇ ਉਹ ਤਾਂ ਉਹਨਾਂ ਨੇ ਐਪਰੀਹੈਂਸ਼ਨ ਹੋ ਗਈ ਹੈ, ਉਹਨਾਂ ਨੂੰ ਖਦਸ਼ਾ ਹੋ ਗਿਆ ਕਿ ਸਾਡੇ ਤੇ ਵੀ ਕਾਰਵਾਈ ਹੋ ਸਕਦੀ ਹੈ ਜੀ। ਦੇਖੋ ਇਹ ਮੈਂ ਜਿਵੇਂ ਕਹਿੰਦੇ ਪੋਲਿਟਿਕਸ 'ਚ ਕੋਈ ਇੱਕ ਦੂਜੇ ਨੂੰ ਬਖਸ਼ਦਾ ਕੋਈ ਨਹੀਂ, ਤੇ ਟਾਈਮਿੰਗ ਦੀ ਗੱਲ ਹੁੰਦੀ ਹੈ ਵੀ ਕਿਹੜੇ ਟਾਈਮ ਤੇ ਨੁਕਸਾਨ ਕਰਨਾ ਹੈ ਨਾ। ਤੇ ਉਹ 'ਚ ਜਿਹੜੀਆਂ ਐਥਿਕਸ ਵੈਲਿਊਜ਼ ਹੱਦਾਂ ਨੇ, ਜਿਹੜੀਆਂ ਟ੍ਰੈਡੀਸ਼ਨਲ ਉਹ ਸੀ ਵੀ ਜੇ ਚੋਣਾਂ ਦੇ ਨਾਲ ਕਿਉਂ ਛਾਪੇ ਮਾਰੇ ਆ, ਨੁਕਸਾਨ ਕਰ ਰਹੇ ਆ, ਜਾਣਬੁੱਝ ਕੇ ਕਰ ਰਹੇ ਆ, ਉਹ ਸਾਰੇ ਹੱਥਕੰਡੇ ਵਰਤੇ ਜਾਂਦੇ ਆ। ਹੋਰ ਸਟੇਟਾਂ 'ਚ ਵੀ ਵਰਤੇ ਗਏ ਪਹਿਲਾਂ, ਮਤਲਬ ਜਦੋਂ ਹੋਰ ਸਟੇਟਾਂ ਦੀ ਚੋਣਾਂ ਸੀ ਉਹ ਉਦਾਹਰਨਾਂ ਵੀ ਦਿੱਤੀਆਂ ਇਹਨਾਂ ਨੇ ਜੀ, ਬੰਗਾਲ ਦੀਆਂ ਉਦਾਹਰਨਾਂ ਵੀ ਦਿੱਤੀਆਂ ਤਾਂ ਚੰਨੀ ਹੋਰਾਂ ਨੇ। ਸੋ ਉਹ ਤਾਂ ਪਾਰਟ ਆਫ ਸਿਸਟਮ ਹੈਗਾ ਹੁਣ, ਹੈ ਨਾ। ਕੋਈ ਰੂਲਿੰਗ ਪਾਰਟੀ ਜੇ ਕੱਲ ਨੂੰ ਕਿ ਕਾਂਗਰਸ ਨੇ ਆਪਣੇ ਸਮੇਂ 'ਚ ਨਹੀਂ ਸੀ ਕੁਝ ਕੀਤਾ, ਉਹ ਵੀ ਸਭ ਨੂੰ ਪਤਾ ਹੈ, ਉਹਨਾਂ ਨੇ ਕਿਹੜਾ ਹਾਂ ਕੋਈ ਘੱਟ ਕਰਦਾ ਕੋਈ ਵੱਧ ਕਰਦਾ, ਏਦਾਂ ਹੀ ਹੈ। ਤੇ ਉਹ ਉਹਨਾਂ ਨੇ ਅੱਗਾ ਵਧਣ ਦੀ ਕੋਸ਼ਿਸ਼ ਕੀਤੀ ਕੇਜਰੀਵਾਲ ਨੇ, ਤਾਂ ਕਿ ਵੀ ਡੈਮੇਜ ਨਾ ਹੋਵੇ ਜੀ। ਮਤਲਬ ਜੇ ਫਰਕਰ ਉਹਨੂੰ ਅਰੈਸਟ ਕਰ ਲੈਂਦੇ ਆ, ਕੋਈ ਰਿਕਵਰੀਆਂ ਸ਼ੋਅ ਕਰ ਦਿੰਦੇ ਆ ਉਹਨਾਂ ਦੇ ਅੱਗੇ ਪਿੱਛੇ ਦਾ ਪੈਸਾ। ਤੇ ਇੱਕ ਗੱਲ ਜ਼ਰੂਰ ਆ ਕਿ ਇਮਾਨਦਾਰੀ ਦਾ ਜਿੰਨਾ ਮਰਜ਼ੀ ਕੋਈ ਕਰੀ ਜਾਵੇ, ਪਰ ਜਿਹੜਾ ਇਲੈਕਸ਼ਨ ਸਿਸਟਮ ਹੈ, ਇਹ ਇਲੈਕਸ਼ਨਾਂ ਦੇ ਵਿੱਚ ਇਲੈਕਸ਼ਨਾਂ ਲੜਨੀਆਂ ਤੇ ਪ੍ਰਚਾਰ ਤੇ ਖਰਚਾ ਕਰਨਾ, ਭਾਵੇਂ ਤੁਸੀਂ ਸਰਕਾਰ ਦੇ ਖਾਤੇ 'ਚ ਕਰੋ ਤੇ ਭਾਵੇਂ ਤੁਸੀਂ ਅਦਰਵਾਈਜ਼ ਕਰੋ,
ਉਹ ਇੰਨਾ ਖਰਚਾ ਕਰਦੀਆਂ ਨੇ ਪਾਰਟੀਆਂ ਤੇ ਉਮੀਦਵਾਰ, ਉਹ ਤਾਂ ਮਤਲਬ ਹੋ ਹੀ ਨਹੀਂ ਸਕਦਾ ਵੀ ਉਹ ਜਿਹੜੀ ਹੱਕ ਦੀ ਕਮਾਈ ਜਾਂ ਨਾਰਮਲ ਕਮਾਈ ਚੋਂ ਹੋਵੇ ਜੀ। ਉਹ ਤਾਂ ਕਿਤੇ ਨਾ ਕਿਤੇ ਇੱਧਰ ਉੱਧਰੋਂ ਕਮਾਈ ਹੁੰਦੀ ਹੈ, ਉਹਦੇ ਚ ਹੁੰਦਾ ਹੈ। ਤੁਸੀਂ ਦੇਖਿਆ ਵੀ ਕਿੰਨੀਆਂ ਸਰਕਾਰਾਂ ਵੀ ਜਦੋਂ ਅਖੀਰਲੇ ਮਹੀਨਿਆਂ 'ਚ ਕਿੰਨਾ ਖਰਚਾ ਕਰਦੀਆਂ ਜਿਹੜੀਆਂ ਪਬਲਿਸਿਟੀ ਤੇ। ਬਿਲਕੁਲ। ਉਹ ਭਾਵੇਂ ਕੋਈ ਸਰਕਾਰ ਹੋਵੇ ਤੇ ਜਾਂ ਕੋਈ ਲੀਡਰ ਹੋਣ, ਉਹ ਸਾਰੇ ਹੀ ਕਰਦੇ ਨੇ। ਤੇ ਇਸ ਤੋਂ ਇਲਾਵਾ ਜਿਹੜਾ ਇਲੈਕਸ਼ਨ ਤੇ ਇਸ ਵਾਰ ਤਾਂ ਚਲੋ ਬੱਚਤ ਹੋ ਗਈ ਉਹਨਾਂ ਦੀ, ਕਿ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਦੀ ਬੱਚਤ ਕਰਤੀ ਬਹੁਤਿਆਂ ਦੀ। ਇਹ ਵੈਸੇ ਇਹ ਜਿਹੜਾ ਰੁਝਾਨ ਜਿਹਾ ਬਣਾਇਆ ਇਸ ਵਾਰ ਇਲੈਕਸ਼ਨ ਕਮਿਸ਼ਨ ਨੇ, ਚਾਹੇ ਕਰੋਨਾ ਮਹਾਮਾਰੀ ਕਰਕੇ, ਇਹ ਠੀਕ ਨਹੀਂ ਸਿਸਟਮ। ਇਹ ਮੈਨੂੰ ਤਾਂ ਲੱਗਦਾ ਕਿ ਵਧੀਆ ਰੈਲੀਆਂ ਦੇ ਉੱਤੇ ਜਿਹੜੇ ਖਰਚੇ ਹੁੰਦੇ ਆ, ਲੋਕ ਆਪਣੇ ਪੈਟਰੋਲ ਆਪਣੇ ਡੀਜ਼ਲ ਫੂਕ ਕੇ ਉੱਥੇ ਜਾਂਦੇ ਆ। ਹੋਰ ਵੀ ਇਹ ਤੁਹਾਨੂੰ ਪਤਾ ਹੀ ਹੈ ਕਿ ਸਾਰੀਆਂ ਪਾਰਟੀਆਂ ਕੋਈ ਵੀ ਹੋਵੇ, ਉਹਨਾਂ ਨੇ ਫਿਰ ਸ਼ਰਾਬਾਂ ਵੀ ਵੰਡਣੀਆਂ, ਉਹਨਾਂ ਨੇ ਸ਼ਾਮ ਨੂੰ ਮੀਟ ਵੀ ਤਿਆਰ ਕਰਨਾ ਵੀ ਭਾਈ ਜਿਹੜੇ ਰੈਲੀ ਤੇ ਅਸੀਂ ਲੈ ਕੇ ਗਏ ਸੀ ਉਹਨਾਂ ਨੂੰ, ਉਹਨਾਂ ਦੀ ਆਓ ਭਗਤ ਵੀ ਕਰਨੀ ਹੈ, ਨਹੀਂ ਤਾਂ ਕੱਲ੍ਹ ਨੂੰ ਲੋੜ ਪਈ ਤੇ ਫਿਰ ਇਹਨਾਂ ਨੇ ਦੁਬਾਰਾ ਜਾਣਾ ਨਹੀਂ। ਤੇ ਉਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਰਾਹਤ ਮਿਲ ਗਈ ਹੈ ਇਸ ਵਾਰ ਲੋਕਾਂ ਨੂੰ ਰਾਹਤ ਵੀ ਮਿਲ ਗਈ ਹੈ। ਪਾਰਟੀਆਂ ਨੂੰ ਵੀ ਖਰਚਾ ਘੱਟ ਹੋ ਰਿਹਾ, ਤੇ ਜਿਨ੍ਹਾਂ ਕੋਲ ਸਾਧਨ ਨਹੀਂ ਸੀਗੇ, ਜਿਨ੍ਹਾਂ ਕੋਲ ਘੱਟ ਸਾਧਨ ਹੈਗੇ ਸੀਗੇ, ਵੱਡੀਆਂ ਰੈਲੀਆਂ ਨਹੀਂ ਕਰ ਸਕਦੇ, ਬਹੁਤਾ ਖਰਚਾ ਨਹੀਂ ਕਰ ਸਕਦੇ, ਉਹਨਾਂ ਨੂੰ ਜ਼ਰੂਰ ਰਾਹਤ ਹੈਗੀ ਜੀ। ਤੇ ਪਰ ਇੱਕ ਦੂਜਾ ਐਸਪੈਕਟ ਤਾਂ ਹੈਗਾ ਇਹਦਾ, ਵੀ ਜਦੋਂ ਪਾਰਟੀਆਂ ਇਸ ਤਰ੍ਹਾਂ ਦੀਆਂ ਖਰਚੇ ਕਰਦੀਆਂ ਨੇ, ਵੱਡੀਆਂ ਰੈਲੀਆਂ, ਕਾਨਫਰੰਸਾਂ, ਰੋਡ ਸ਼ੋਅ, ਤੇ ਵੱਡੇ ਪੱਧਰ ਤੇ ਪੋਸਟਰਬਾਜ਼ੀ, ਵੱਡੇ ਪੱਧਰ ਤੇ ਜਿਹੜੀਆਂ ਝੰਡੇ, ਵੱਡੇ ਪੱਧਰ ਤੇ, ਉਹਦੇ 'ਚ ਫਿਰ ਕਈ ਵਾਰ ਜਿਹੜਾ 2 ਨੰਬਰ ਦਾ ਪੈਸਾ ਇਕੱਠਾ ਕੀਤਾ ਹੁੰਦਾ ਹੈ, ਉਹ ਸਰਕੂਲੇਸ਼ਨ 'ਚ ਆਉਂਦਾ ਹੈ। ਸਰਕੂਲੇਸ਼ਨ 'ਚ ਆ ਕੇ ਉਹ ਜਾਂਦਾ ਕਿੱਥੇ ਹੈ? ਉਹ ਅਲਟੀਮੇਟਲੀ ਲੋਕਾਂ ਦੇ ਵਿੱਚ ਖਰਚਾ ਜਾਂਦਾ। ਉਹ ਬਿਲਕੁਲ ਕੋਈ ਟੈਕਸੀ ਵਾਲੇ ਨੂੰ, ਉਸ ਇਹਨਾਂ ਦਿਨਾਂ 'ਚ ਟੈਕਸੀਆਂ ਵਾਲੇ ਨਹੀਂ ਮਿਲਦੇ, ਉਹ ਉਹਨਾਂ ਨੂੰ ਇੰਗੇਜ ਹੁੰਦੇ ਆ। ਕੋਈ ਟੈਂਟ ਵਾਲਿਆਂ ਨੂੰ ਮਿਲਦਾ ਹੈ, ਕੋਈ ਛੋਟੇ ਵਰਕਰਾਂ ਨੂੰ ਮਿਲਦਾ ਹੈ, ਕੰਮ ਕਰਨ ਵਾਲੇ ਮਿਲਦਾ ਹੈ, ਹੋਟਲਾਂ ਵਾਲਿਆਂ ਨੂੰ, ਢਾਬੇ ਵਾਲਿਆਂ ਨੂੰ। ਉਹ ਜਿਹੜਾ 2 ਨੰਬਰ ਦਾ ਪੈਸਾ ਇਕੱਠਾ ਕੀਤਾ ਹੁੰਦਾ ਹੈ ਪੋਲੀਟੀਸ਼ੀਅਨਸ ਨੇ, ਉਹ ਫਿਰ ਏਦਾਂ ਖਰਚਣ ਕਰਕੇ ਉਹ ਸਰਕੂਲੇਸ਼ਨ 'ਚ ਆਉਂਦਾ ਹੈ। ਸੋ ਉਹ ਤਾਂ ਜ਼ਰੂਰ ਜਿਹੜੇ ਛੋਟੇ ਕੁਝ ਲੋਕ ਇਹੋ ਜਿਹੇ ਹੋਣੇ ਜਿਨ੍ਹਾਂ ਨੂੰ ਇਹ ਝਾਕ ਹੋਏਗੀ ਵੀ ਚੋਣਾਂ 'ਚ ਅਸੀਂ ਕਮਾ ਲਾਂਗੇ ਜੀ। ਟੈਕਸੀਆਂ ਵਾਲੇ, ਰਿਕਸ਼ੇ ਵਾਲੇ, ਝੰਡਿਆਂ ਵਾਲੇ, ਮਾਟੂਆਂ ਵਾਲੇ, ਦੂਜੇ ਜਿਹੜੇ ਟੈਂਟਾਂ ਵਾਲੇ, ਤੇ ਸਾਰੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਕਿੰਨੀ, ਉਹ ਤਾਂ ਜ਼ਰੂਰ ਉਹਨਾਂ ਨੂੰ ਹੋਏਗਾ ਵੀ ਯਾਰ ਐਤਕੀ ਕਮਾਈ ਨਹੀਂ ਹੋਈ ਸਾਡੀ ਜਿੰਨਾ। ਪਰ ਅਦਰਵਾਈਜ਼ ਇਹ ਸਿਸਟਮ ਦੇ ਤੌਰ ਤੇ ਜੇ ਇਸ ਤਰ੍ਹਾਂ ਦਾ ਰਹੇ ਤਾਂ ਲੈਵਲ ਪਲੇਇੰਗ ਫੀਲਡ ਕਾਫੀ ਹੱਦ ਤੱਕ ਹੋ ਸਕਦਾ ਹੈ। ਇੰਨਾ ਮਤਲਬ ਜਿਹੜਾ ਇੰਨਾ ਕੁ ਗੈਪ ਤਾਂ ਜ਼ਰੂਰ ਹੋਏਗਾ, ਪਰ ਇੰਨਾ ਗੈਪ ਨਹੀਂ ਹੋਏਗਾ ਵੀ ਇੱਕ ਪਾਸੇ ਕੋਈ ਬਹੁਤ ਜ਼ਿਆਦਾ ਪੈਸਾ ਜਿਹੜੇ ਉਹ ਸ਼ੋਅ ਆਫ ਕਰ ਸਕਦੇ ਆ, ਜਿਹੜੇ ਘੱਟ ਸਾਧਨਾਂ ਵਾਲੇ ਕੈਂਡੀਡੇਟ ਨੇ, ਇੰਡੀਪੈਂਡੈਂਟ ਨੇ ਜਾਂ ਛੋਟੀਆਂ ਪਾਰਟੀਆਂ ਨੇ, ਜਿਨ੍ਹਾਂ ਕੋਲ ਜ਼ਿਆਦਾ ਪੈਸਾ ਨਹੀਂ ਹੈਗਾ, ਫੰਡ ਨਹੀਂ ਹੈਗੇ ਜਾਂ ਸਾਧਨ ਨਹੀਂ, ਉਹਨਾਂ ਨੂੰ ਮੁਕਾਬਲਾ ਕਰਨਾ ਸੌਖਾ ਹੋ ਜਾਏਗਾ ਜੇ ਇਸ ਤਰ੍ਹਾਂ ਹੋਵੇ। ਫਿਰ ਨਾਲੇ ਇੱਕ ਚੀਜ਼ ਹੋਰ ਵੀ ਹੈ ਜੀ, ਜਿਹੜੇ ਸਿਆਸਤਦਾਨ ਨੇ ਅੱਗੇ ਤਾਂ ਰੈਲੀ ਕੀਤੀ, ਸਟੇਜ ਤੇ ਖੜੇ, ਉਹਨਾਂ ਦੇ ਕੋਲੇ ਤਾਂ ਕਿਸੇ ਨੇ ਜਾਣ ਨਹੀਂ ਦੇਣਾ, ਵੱਡੇ ਸਿਆਸਤਦਾਨ ਜਿਹੜੇ ਹੈਗੇ ਆ, ਤੇ ਉਹ ਤਾਂ ਦੂਰੋਂ ਹੀ ਲੋਕਾਂ ਨੇ ਉਹਨਾਂ ਦੀ ਗੱਲਾਂ ਸੁਣ ਕੇ ਤਾੜੀਆਂ ਮਾਰਨੀਆਂ ਹੁੰਦੀਆਂ ਸੀ। ਹੁਣ ਇਹਨਾਂ ਨੂੰ ਘਰ ਘਰ ਜਾ ਕੇ ਹੱਥ ਜੋੜਨੇ ਪੈਣੇ ਆ, ਡੋਰ ਟੂ ਡੋਰ ਕੈਂਪੇਨ ਕਰਨੀ ਹੈ, ਫਿਰ ਲੋਕਾਂ ਨੇ ਸਵਾਲ ਵੀ ਪੁੱਛਣੇ ਆ, ਜਾਣਾ ਪੈਣਾ। ਦੂਜਾ ਜਿਹੜਾ ਡਿਜੀਟਲ ਮੀਡੀਆ ਹੈਗਾ, ਉਹਦਾ ਯੂਜ਼ ਜ਼ਿਆਦਾ ਕਰਨਾ ਪੈਣਾ, ਉਹਦੀ ਲੋੜ ਪੈਣੀ ਹੈ ਤੱਕ ਨੂੰ ਲੋਕਾਂ ਤੱਕ ਪਹੁੰਚ ਕਰਨ ਦੀ। ਤੇ ਉਸ ਵੈਸੇ ਤਾਂ ਜਿਹੜੇ ਬਹੁਤ ਸਾਰੇ ਮੁਲਕਾਂ 'ਚ, ਖਾਸ ਕਰ ਜਿਹੜੀਆਂ ਪੱਛਮੀ ਮੁਲਕ ਨੇ, ਕੈਨੇਡਾ, ਅਮਰੀਕਾ, ਉੱਥੇ ਤਾਂ ਇਸ ਤਰ੍ਹਾਂ ਦਾ ਸਿਸਟਮ ਹੈ ਕਿ ਤੁਹਾਨੂੰ ਜਿਹੜੀਆਂ ਡਿਜੀਟਲ ਮੀਡੀਆ ਰਾਹੀਂ, ਟੀਵੀ ਡਿਬੇਟਸ ਰਾਹੀਂ ਜਾਂ ਪੋਸਟਰ ਬੈਨਰ ਲਾ ਕੇ, ਉੱਥੇ ਤਾਂ ਏਦਾਂ ਦੀਆਂ ਬਹੁਤ ਵੱਡੇ ਇਕੱਠ ਕਰਨ ਦਾ ਜਾਂ ਵੱਡੇ ਦਾ ਬਹੁਤਾ ਰਿਵਾਜ ਨਹੀਂ ਹੈਗਾ। ਭਾਵੇਂ ਹੁਣ ਸਾਡੇ ਜਿਹੜੇ ਪੰਜਾਬੀ ਤੇ ਭਾਰਤੀਆਂ ਨੇ ਜਾ ਕੇ ਕੁਛ ਹੱਦ ਤੱਕ ਆਦਤਾਂ ਉੱਥੇ ਵੀ ਇਹੋ ਜਿਹੀਆਂ ਸ਼ੁਰੂ ਕਰਤੀਆਂ ਨੇ ਅੱਜ ਤੋਂ ਵਰਗੀਆਂ, ਪਰ ਉੱਥੇ ਸਿਸਟਮ ਹੈਗਾ ਏਦਾਂ ਦਾ ਜੀ। ਤੇ ਸੋ ਇਹ ਸਿਸਟਮ ਜੇ ਲਾਗੂ ਤਾਂ ਹੋ ਹੀ ਸਕਦਾ, ਪਰ ਚਲੋ ਸਬੱਬ ਨਾਲ ਬਹਾਨੇ ਨਾਲ ਹੋ ਗਿਆ। ਹੁਣ ਤਾਂ ਇਹਦੇ ਤੇ ਵੀ ਸਵਾਲ ਉਠਾ ਰਹੇ ਨੇ ਬਹੁਤ ਸਾਰੇ ਲੋਕ, ਇਹ ਵੀ ਇਹਦੇ 'ਚ ਵੀ ਕੋਈ ਮਤਲਬ ਜਿਹੜਾ ਕਰੋਨਾ ਹੈ ਉਹਨੂੰ ਬਹਾਨਾ ਬਣਾਇਆ ਗਿਆ। ਇਸ ਤੋਂ ਪਹਿਲਾਂ ਜਦੋਂ ਬੰਗਾਲ ਚੋਣਾਂ ਹੋਈਆਂ ਸੀ, ਹਰਿਆਣਾ 'ਚ ਬਾਈ ਇਲੈਕਸ਼ਨਾਂ ਹੋਈਆਂ, ਉਦੋਂ ਤਾਂ ਇਹੋ ਜਿਹੀ ਕੋਈ ਪਾਬੰਦੀ ਨਹੀਂ ਲਾਈ, ਉਦੋਂ ਵੀ ਸਿਖਰ ਤੇ ਸੀਗਾ ਕਰੋਨਾ, ਉਦੋਂ ਪਾਬੰਦੀਆਂ ਲਾਈਆਂ। ਸੋ ਇਹਦੇ ਤੇ ਵੀ ਸਵਾਲ ਉੱਠ ਰਹੇ ਨੇ ਵੀ ਹੁਣ ਕਮਿਸ਼ਨ ਨੇ ਕਿਉਂ ਲਾਈਆਂ। ਪਹਿਲਾਂ ਕਿੰਨੀਆਂ ਇਲੈਕਸ਼ਨਾਂ ਹੋ ਗਈਆਂ, ਜਦੋਂ ਕਰੋਨਾ ਦੇ ਵਿੱਚ ਵੀ ਹੋਈਆਂ ਇਲੈਕਸ਼ਨਾਂ, ਮਿਊਨਿਸਪਲ ਚੋਣਾਂ ਵੀ ਹੋਈਆਂ, ਵਿੱਚ ਪੰਚਾਇਤ ਚੋਣਾਂ ਵੀ ਹੋਈਆਂ ਕਈ ਥਾਵਾਂ ਤੇ ਸਵਾਲ ਤਾਂ ਇਹਦੇ ਵੀ ਉੱਠ ਰਹੇ ਨੇ
ਪਰ ਚਲੋ ਆਪਣੇ ਆਪ 'ਚ ਇਹਦਾ ਐਂਡ ਰਿਜ਼ਲਟ ਜਿਹੜਾ ਆਪਾਂ ਨੂੰ ਐ ਲੱਗਦਾ ਵੀ ਇਹਦਾ ਜਿਹੜਾ ਲੈਵਲ ਪਲੇਇੰਗ ਫੀਲਡ ਦੇ ਪੱਖੋਂ ਦਾ ਇਹ ਫਾਇਦੇਮੰਦ ਹੋ ਸਕਦਾ ਹੈ ਇਨ ਦਾ ਲੌਂਗ ਰਨ, ਜੇ ਇਹ ਸਿਸਟਮ ਮਤਲਬ ਅਡਾਪਟ ਕੀਤਾ ਜਾਵੇ। ਜੀ ਬਿਲਕੁਲ ਜੀ, ਬਹੁਤ ਗੱਲਾਂ ਬਾਤਾਂ ਸਿਆਸਤ ਦੇ ਉੱਤੇ ਹੋਈਆਂ ਔਰ ਉਮੀਦ ਕਰਦੇ ਹਾਂ ਕਿ ਲੋਕ ਇਸ ਵਾਰ ਥੋੜ੍ਹਾ ਸੋਚ ਕੇ ਜਿਹੜਾ ਉਹ ਵੋਟਿੰਗ ਕਰਨਗੇ, ਕਿਉਂਕਿ ਬਹੁਤ ਜ਼ਰੂਰੀ ਆ। ਬਹੁਤ ਮੁੱਦੇ ਨੇ ਪੰਜਾਬ ਦੇ ਜਿਨ੍ਹਾਂ ਨੂੰ ਹੱਲ ਕਰਨਾ ਜ਼ਰੂਰੀ ਆ, ਔਰ ਸ਼ਾਇਦ ਹੁਣ ਤੱਕ ਜਿਹੜੀਆਂ ਸਰਕਾਰਾਂ ਬਣੀਆਂ ਉਹ ਉਹਨਾਂ ਮੁੱਦਿਆਂ ਤੱਕ ਪਹੁੰਚ ਨਹੀਂ ਕਰ ਸਕੀਆਂ, ਜਾਂ ਕਹਿ ਲਓ ਕਿ ਜਾਣਬੁੱਝ ਕੇ ਉਹਨਾਂ ਨੇ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਹੱਲ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਨਹੀਂ ਕੀਤੀ। ਔਰ ਲੋਕ ਇਸੇ ਕਰਕੇ ਵਾਰ-ਵਾਰ ਇਹੀ ਕਹਿੰਦੇ ਆ ਕਿ ਸਾਡੀ ਲੁੱਟ ਹੁੰਦੀ ਹੈ, ਸਾਡੇ ਨਾਲ ਸਿਆਸਤਦਾਨ ਜਿਹੜੇ ਆ ਉਹ ਗੇਮ ਖੇਡ ਕੇ ਜਾਂਦੇ ਆ। ਫਿਰ ਜੁੜਾਂਗੇ ਜੀ, ਬਾਕੀ ਗੱਲਬਾਤਾਂ ਜਿਹੜੀਆਂ ਸਿਆਸਤ ਦੇ ਉੱਤੇ ਚੱਲਦੀਆਂ ਰਹਿਣਗੀਆਂ। ਕਿਸੇ ਨਵੀਂ ਪਾਰਟੀ ਦੇ ਵੱਲੋਂ ਜਦੋਂ ਸੂਚੀ ਜਾਰੀ ਕੀਤੀ ਜਾਏਗੀ ਜਾਂ ਕੋਈ ਹੋਰ ਸਿਆਸੀ ਧਮਾਕਾ ਹੁੰਦਾ, ਫਿਰ ਆਪਾਂ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ। ਅੱਜ ਜੁੜਨ ਦੇ ਲਈ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਇਹ ਸਨ ਬਲਜੀਤ ਬੱਲੀ ਜੀ, ਬਾਬੂਸ਼ਾਹੀ.com ਦੇ ਐਡੀਟਰ ਨੇ, ਔਰ ਕਾਫੀ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਜੋ ਕਿ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਵੱਲੋਂ ਟਿਕਟ ਦਾ ਜਿਹੜਾ ਆਪਣੀ ਦਾ ਵੀ ਸੀਟ ਦਾ ਐਲਾਨ ਕਰ ਦਿੱਤਾ ਗਿਆ, ਪਟਿਆਲਾ ਤੋਂ ਚੋਣ ਲੜਨੀ ਹੈ, ਅਤੇ ਨਾਲ ਦੀ ਨਾਲ ਹੋਰਨਾਂ ਉਮੀਦਵਾਰਾਂ ਦੀ ਲਿਸਟ ਵੀ ਉਹਨਾਂ ਨੇ ਜਾਰੀ ਕੀਤੀ ਹੈ ਕਿ ਆਹ ਉਮੀਦਵਾਰ ਹੋਣਗੇ ਜਿਹੜੇ ਮੇਰੇ ਪਾਰਟੀ ਦੇ ਵੱਲੋਂ ਲੜਨਗੇ। ਕਿੰਨੀ ਕੁ ਕਾਮਯਾਬੀ ਮਿਲਦੀ ਹੈ ਇਹ ਸਮੇਂ ਨੇ ਦੱਸਣਾ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਜਿਹੜਾ ਉਹ ਕਿੱਥੇ ਕੁ ਖੜਾ, ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਕਿੱਥੇ ਕੁ ਖੜੀਆਂ, ਲੋਕਾਂ ਦੀਆਂ ਉਮੀਦਾਂ ਦੇ ਉੱਤੇ ਕਿੰਨੀਆਂ ਕੁ ਖਰੀਆਂ ਉਤਰਨਗੀਆਂ, ਜਾਂ ਫਿਰ ਕਹਿ ਲਈਏ ਕਿ ਹੋਰ ਜਿਹੜੇ ਵੱਖ-ਵੱਖ ਮੁੱਦੇ ਹੈ ਸਿਆਸਤ ਨਾਲ ਜੁੜੇ ਹੋਏ, ਹੋਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਇਲਜ਼ਾਮ ਤਰਾਸ਼ੀਆਂ ਜਿਸ ਤਰ੍ਹਾਂ ਹੁੰਦੀਆਂ, ਵਿਰੋਧੀ ਇੱਕ ਦੂਸਰੇ ਨੂੰ ਘੇਰਨ ਦੀ ਕੋਸ਼ਿਸ਼ਾਂ ਕਰਦੇ ਆ, ਉਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਹੈ। ਅੱਜ ਲਈ ਇਹ ਨਹੀਂ, ਫਿਰ ਜੁੜਾਂਗੇ ਕਿਸੇ ਹੋਰ ਮੁੱਦੇ ਦੇ ਉੱਤੇ, ਇਸੇ ਤਰ੍ਹਾਂ ਸਿਆਸਤ ਦੇ ਕਿਸੇ ਹੋਰ ਵਿਸ਼ੇ ਦੇ ਉੱਤੇ, ਫਿਰ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਾਂਗੇ, ਚਰਚਾ ਕਰਾਂਗੇ। ਮੈਨੂੰ ਫਿਲਹਾਲ ਦਿਓ ਆਗਿਆ। ਧੰਨਵਾਦ। ਸਤਿ ਸ਼੍ਰੀ ਅਕਾਲ।